ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਭਗਤ ਦੀਆਂ ਖਬਰਾਂ ਵਿੱਚ ਮੇਰੇ ਨਾਲ ਸ਼ਬਦੀਸ਼ ਜੀ, ਪਰਮਜੀਤ ਜੀ ਤੇ ਸੀਪੀ ਜੀ ਜੁੜੇ ਹੋਏ ਨੇ ਜੀ। ਸੀਪੀ ਸਿੰਘ ਜੀ, ਪਰਮਜੀਤ ਜੀ ਤੇ ਸ਼ਬਦੀਸ਼ ਜੀ, ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਭਗਤ ਦੀਆਂ ਖਬਰਾਂ ਵਿੱਚ। ਗੱਲਬਾਤ ਸ਼ੁਰੂ ਕਰਦੇ ਹਾਂ ਜੀ। ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਕੈਪਟਨ ਸਾਹਿਬ ਨੇ ਜਿਹੜੀ ਆਪਣੀਆਂ ਪੋਲੀਟੀਕਲ ਅਪਾਇੰਟਮੈਂਟਸ ਹੈਗੀਆਂ ਉਹਦੇ ਵਿੱਚ 13 ਬੰਦਿਆਂ ਨੂੰ ਹਾਇਰ ਕੀਤਾ। 5 ਨੂੰ ਉਹਨਾਂ ਦੇ ਵਿੱਚੋਂ ਕੈਬਨਿਟ ਮਿਨਿਸਟਰ ਦਾ ਦਰਜਾ ਵੀ ਦੇ ਦਿੱਤਾ ਗਿਆ। 9 ਮਿਨਿਸਟਰ ਉਹਨਾਂ ਨੇ ਜਿਹੜੇ ਹੈਗੇ ਨੇ ਉਹ ਆਪਣੀ ਜਿਹੜੇ ਚੁਣੇ ਹੋਏ ਨੁਮਾਇੰਦੇ ਸੀ ਉਹਨਾਂ ਨੂੰ 9 ਜਿਹੜੇ ਮਿਨਿਸਟਰਾਂ ਵਾਲੇ ਪਦਵੀਆਂ ਦਿੱਤੀਆਂ ਸੀਗੀਆਂ। 5 ਇਹ ਹੋ ਗਈਆਂ, 14 ਮਿਨਿਸਟਰ ਉਹਨਾਂ ਦੇ ਜਿਹੜੇ ਹੈਗੇ ਨੇ ਆਪਾਂ ਕੁੱਲ ਮਿਲਾ ਕੇ ਦੇਖੀਏ ਤਾਂ ਹੋ ਚੁੱਕੇ ਨੇ ਜੀ। 13 ਮੈਂਬਰੀ ਜਿਹੜੀ ਉਹਨਾਂ ਨੇ ਟੀਮ ਆਪਣੇ ਦੁਆਲੇ ਲਾਈ ਆ, ਉਹਦੇ ਵਿੱਚ 3 ਐਡਵਾਈਜ਼ਰ ਨੇ ਜੀ, 5 ਸਕੱਤਰ ਤੇ ਜਿਹੜੇ ਹੈਗੇ 5 ਜਿਹੜੇ ਹੈਗੇ ਆ ਓਫੀਸ਼ੀਅਲ ਔਨ ਸਪੈਸ਼ਲ ਡਿਊਟੀ ਜਿਹੜੇ ਹੈਗੇ ਨੇ ਉਹ ਲਾਏ ਗਏ ਆ ਜੀ। 13 ਬੰਦਿਆਂ ਦੀ ਇਹ ਟੀਮ ਜਿਹੜੀ ਹੈਗੀ ਆ ਕੈਪਟਨ ਸਾਹਿਬ ਨੇ ਆਪਣੇ ਕੰਮਕਾਰ ਵਾਸਤੇ ਲਾਈ ਗਈ ਆ। ਔਰ ਆਮ ਆਦਮੀ ਪਾਰਟੀ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਵਾਧੂ ਬੋਝ ਹੈ ਉਹ ਪੰਜਾਬ ਦੇ ਲੋਕਾਂ ਦੇ ਉੱਪਰ ਪਾਇਆ ਜਾ ਰਿਹਾ। ਅਕਾਲੀ ਦਲ ਵੱਲੋਂ 9 ਲੋਕਾਂ ਨੂੰ ਜਿਹੜਾ ਬਾਦਲ ਦੇ ਵੇਲੇ ਜਿਹੜਾ CMO ਆਫਿਸ ਸੀ ਉਹਦੇ ਵਿੱਚ 9 ਪੋਲੀਟੀਕਲ ਅਪਾਇੰਟਮੈਂਟ ਸੀਗੀਆਂ। ਕੈਪਟਨ ਸਾਹਿਬ ਦੀਆਂ 13 ਹੁਣ ਤੱਕ ਹੋ ਚੁੱਕੀਆਂ। ਅਜੇ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਉਹ ਹੋਰ ਵੀ ਜਿਹੜੀਆਂ ਹੈਗੀਆਂ ਪੋਲੀਟੀਕਲ ਅਪਾਇੰਟਮੈਂਟਸ ਕਰਨਗੇ ਜਾਂ ਨਹੀਂ ਕਰਨਗੇ। ਗੱਲਬਾਤ ਜਿਹੜੀ ਹੈਗੀ ਇੱਥੋਂ ਸ਼ੁਰੂ ਕਰਾਂਗੇ ਜੀ ਆਪਾਂ। CP ਸਿੰਘ ਜੀ, ਸਭ ਤੋਂ ਪਹਿਲਾਂ ਕੈਪਟਨ ਸਾਹਿਬ ਦੇ ਕੋਲ ਇੱਕ CMO ਆਫਿਸ ਦੇ ਕੋਲ ਹਰ ਡਿਪਾਰਟਮੈਂਟ ਵਾਸਤੇ ਇੱਕ ਆਫਿਸਰ ਅਵੇਲੇਬਲ ਹੁੰਦਾ। ਕੈਪਟਨ ਸਾਹਿਬ ਨੇ 13 ਲੋਕਾਂ ਨੂੰ ਐਡਜਸਟ ਕੀਤਾ, ਆਪਣੇ ਆਲੇ ਦੁਆਲੇ ਇੱਕ ਘੇਰਾ ਬਣਾ ਲਿਆ। ਮੇਰਾ ਖਿਆਲ ਹੈ ਇਹ ਇੱਕ ਉਹਨਾਂ ਨੇ ਇੱਕ ਰੇਖਾ ਖਿੱਚ ਲਈ ਆਲੇ ਦੁਆਲੇ ਕਿ ਉਸ ਰੇਖਾ ਉਹਦੇ ਅੰਦਰ ਜਾਣ ਵਾਸਤੇ ਇਹਨਾਂ ਦੇ ਥਰੂ ਜਿਹੜਾ ਹੈ ਲੋਕਾਂ ਨੂੰ ਜਾਣਾ ਪਵੇਗਾ। ਕੀ ਇਹਨਾਂ ਦੀ ਜ਼ਰੂਰਤ ਵੀ ਹੈ ਕੈਪਟਨ ਸਾਹਿਬ CMO ਆਫਿਸ ਨੂੰ, ਜਾਂ ਸਿਰਫ ਤੇ ਸਿਰਫ ਆਪਣੇ ਚਹੇਤਿਆਂ ਨੂੰ ਜਿਹੜਾ ਹੈ ਉਹ ਐਡਜਸਟ ਕਰਨ ਵਾਸਤੇ, ਅਬਲਾਈਜ ਕਰਨ ਵਾਸਤੇ, ਉਹਨਾਂ ਦਾ ਧੰਨਵਾਦ ਕਰਨ ਵਾਸਤੇ ਜਿਹੜਾ ਕੈਪਟਨ ਸਾਹਿਬ ਨੇ ਇਹਨਾਂ ਲੋਕਾਂ ਨੂੰ ਐਡੀ ਵੱਡੀ ਮਾਤਰਾ ਦੇ ਵਿੱਚ ਅਪੁਆਇੰਟ ਕੀਤਾ? ਕੁਲਵੀਰ ਜੀ, ਜਿੱਦਣ ਇਹ ਅਪੁਆਇੰਟਮੈਂਟ ਹੋਈ ਸੀਗੀ ਉਦੋਂ ਵੀ ਮੈਂ ਸੇਮ ਗੱਲ ਕਹੀ ਸੀ ਕਿ ਆਪਣੇ ਨਜ਼ਦੀਕੀਆਂ ਨੂੰ, ਆਪਣੇ ਨਜ਼ਦੀਕੀਆਂ ਦੇ ਰਾਜਨੀਤਿਕ ਜਿਹੜਾ ਉਹਨਾਂ ਦਾ ਸਫ਼ਰ ਸੀਗਾ ਉਹਦੇ ਵਿੱਚ ਉਹਨਾਂ ਨੂੰ ਲੁਭਾਉਣ ਲਈ ਕਹਿ ਲਓ, ਜਾਂ ਉਹਨਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਲਈ ਇੱਕ ਤਰ੍ਹਾਂ ਨਾਲ ਪੰਜਾਬ ਦੇ ਜਿਹੜੇ ਇਕਨੋਮੀ ਦੇ ਉੱਪਰ ਬੋਝ ਪਾ ਦਿੱਤਾ ਕੈਪਟਨ ਸਾਹਿਬ ਨੇ। ਔਰ ਇਹ ਬਿਲਕੁਲ ਆਪਣੇ ਆਪ ਨੇ ਹੀ ਕੰਟਰਾਡਿਕਟ ਕੀਤਾ ਹੈ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਜਦੋਂ ਉਹਨਾਂ ਨੇ CM ਬਣਨ ਤੋਂ ਬਾਅਦ ਕੀਤੀਆਂ ਸੀਗੀਆਂ। तो किते ना किते देखो हर एक डिपार्टमेंट ਦੇ ਵਿੱਚ ਇੱਕ IAS ਅਫਸਰ ਹੁੰਦਾ ਹੈ, ਉਹਦੇ ਨੀਚੇ ਰੀਡਰਸ ਹੁੰਦੇ ਨੇ, ਉਹਦੇ ਨੀਚੇ ਐਡਵਾਈਜ਼ਰਸ ਹੁੰਦੇ ਨੇ, तो ਇੱਕ ਪੂਰੀ ਟੀਮ ਇੱਕ ਡਿਪਾਰਟਮੈਂਟ ਕੋਲ ਹੁੰਦੀ ਹੈ। ਸ਼ਾਇਦ ਉਹਨਾਂ ਦੇ ਉੱਪਰ ਇੱਕ ਬੰਦਾ ਲਗਾ ਦੇਣਾ ਕੋਈ ਬਹੁਤਾ ਜ਼ਰੂਰੀ ਨਹੀਂ ਹੁੰਦਾ। ਔਰ ਜੇ CM ਚੀਫ ਮਿਨਿਸਟਰ ਆਫ ਐਨੀ ਸਟੇਟ ਇਹ ਚਾਹਣ ਕਿ ਉਸ ਕੰਮ ਨੂੰ ਕਿਵੇਂ ਅੰਜਾਮ ਦਿੱਤਾ ਜਾਵੇ ਜਾਂ ਉਸ ਕੰਮ ਨੂੰ ਕਿਵੇਂ ਹੱਲ ਕੀਤਾ ਜਾਵੇ, ਤਾਂ ਸ਼ਾਇਦ ਇੱਕ ਅਫਸਰ ਜਿਹੜਾ ਹੁੰਦਾ ਉਹ ਉਹਨਾਂ ਲਈ ਸਫੀਸ਼ੀਐਂਟ ਹੁੰਦਾ ਹੈ ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਵਾਸਤੇ। तो किते ना किते अपने बंदियां ਨੂੰ ਲੁਭਾਉਣ ਵਾਸਤੇ ਜਾਂ ਆਪਣੇ ਬੰਦਿਆਂ ਨੂੰ ਤੁਸੀਂ ਕਹ ਲਓ ਕਿ ਐਡਜਸਟ ਕਰਨ ਵਾਸਤੇ ਇਹ ਚੀਜ਼ ਕੀਤੀ ਗਈ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇਖੋ ਜਿਸ ਤਰ੍ਹਾਂ ਕਿ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਕਿ ਹੋਰ ਜਿਹੜੇ ਇਦਾਂ ਦੇ ਅਪੁਆਇੰਟ ਕੀਤੇ ਜਾਣਗੇ, ਉਹ ਜਿਹੜੇ ਕਿ ਦੇਖੋ ਕਿਤੇ ਨਾ ਕਿਤੇ ਸਿੱਧੇ ਤੌਰ ਤੇ, ਇਹਦੇ ਤੇ ਮੈਂ ਸਿੱਧੇ ਨਹੀਂ ਕਹੂੰਗਾ, ਸਿੱਧੇ ਤੌਰ ਤੇ ਜਿਹੜਾ ਇਹਦਾ ਬੋਝ ਹੈ ਇਕਨੋਮੀ ਤੇ ਪਏਗਾ। ਔਰ ਇੱਕ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਜਿਹੜੇ ਅਨਆਥੋਰਾਈਜ਼ਡ ਜਾਂ ਜਿਹੜੇ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਤੈਨਾਤ ਸੀਗੀ ਉਹਨਾਂ ਦੀ ਕਿਸੇ ਵੀ ਐਕਸ ਮਿਨਿਸਟਰ ਜਾਂ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ, ਉਹਨਾਂ ਨੂੰ ਅਸੀਂ ਵਾਪਸ ਬੁਲਾ ਲਿਆ, ਉਹਨਾਂ ਨੂੰ ਅਸੀਂ ਡਿਫਰੈਂਟ ਅੱਗੇ ਡਿਊਟੀਆਂ ਤੇ ਲਗਾਵਾਂਗੇ ਜਾਂ ਹੋਰ ਇਦਾਂ ਦੇ ਕਈ ਏਜੰਡੇ ਜਿਹੜੇ ਕੀਤੇ ਗਏ ਸੀਗੇ। ਪਰ ਕਿਤੇ ਨਾ ਕਿਤੇ ਆਪਣੀ ਹੀ ਸਿਸਟਮ ਨੂੰ ਜਾਂ ਆਪਣੇ ਹੀ ਅਡਾਪਟ ਕੀਤੇ ਹੋਏ ਸਿਸਟਮ ਨੂੰ ਕੰਟਰਾਡਿਕਟ ਕਰਦੇ ਹੋਏ ਕੈਪਟਨ ਸਾਹਿਬ ਨੇ ਨਿਯੁਕਤੀਆਂ ਕੀਤੀਆਂ, ਜਿਹੜੀਆਂ ਕਿ ਮੈਨੂੰ ਨਹੀਂ ਲੱਗਦਾ ਕਿ ਜਸਟੀਫਾਈ ਕਰਨਗੀਆਂ ਸਿਸਟਮ ਦੇ ਵਿੱਚ, ਕਿਉਂਕਿ ਪੰਜਾਬ ਦੀ ਜੋ ਮਾਲੀ ਹਾਲਤ ਹੈ ਇਸ ਟਾਈਮ ਉਹ ਬਹੁਤ ਹੀ ਜ਼ਿਆਦਾ ਮਾੜੀ ਹੈ। ਔਰ ਈਵਨ ਕਿ ਤੁਸੀਂ ਤਨਖਾਹਾਂ ਦੇਣ ਵਾਸਤੇ ਵੀ ਪੰਜਾਬ ਦੇ ਕੋਲ ਜਿਹੜਾ ਸਫੀਸ਼ੀਐਂਟ ਫੰਡ ਜਿਹੜਾ ਨਹੀਂ ਅਵੇਲੇਬਲ ਹੈਗਾ, ਤਾਂ ਉਹ ਕੈਪਟਨ ਸਾਹਿਬ ਇਸ ਚੀਜ਼ ਨੂੰ ਕਿਸ ਤਰ੍ਹਾਂ ਮੈਨੇਜ ਕਰਨਗੇ, ਕਿਉਂਕਿ ਉਹਦੇ ਵਿੱਚ ਉਹਨਾਂ ਦੇ ਖਰਚੇ ਬਹੁਤ ਹੁੰਦੇ ਆ। ਉਹਦੇ ਵਿੱਚ ਉਹਨਾਂ ਦੇ ਟਰਾਂਸਪੋਰਟ ਦਾ ਖਰਚਾ ਹੋ ਗਿਆ, ਉਹਨਾਂ ਦੇ ਆਫਿਸ ਦਾ ਖਰਚਾ ਹੋ ਗਿਆ, ਉਹਨਾਂ ਦੇ ਰਹਿਣ ਦਾ ਖਰਚਾ ਹੋ ਗਿਆ, ਹੋਰ ਬਹੁਤ ਸੈਲਰੀਜ਼ ਹੋ ਗਈਆਂ। तो किते ना किते अपने चहेतियां ਨੂੰ ਲੁਭਾਉਣ ਲਈ ਇਹ ਚੀਜ਼ ਕੀਤੀ ਗਈ ਹੈ। ਮੈਨੂੰ ਨਹੀਂ ਲੱਗਦਾ ਇਹ ਵਧੀਆ ਸਟੈਪ ਹੈ, ਕਿਉਂਕਿ ਉਹਨਾਂ ਬੰਦਿਆਂ ਦੇ ਵਿੱਚ, ਉਹਨਾਂ 13 ਬੰਦਿਆਂ ਦੇ ਵਿੱਚ ਕੁਝ ਐਸੇ ਨਾਮ ਵੀ ਨੇ ਜਿਹੜੇ ਕਿ 10 ਸਾਲ ਪਹਿਲਾਂ ਕਿਸ ਤਰ੍ਹਾਂ ਦੀ ਪੋਜੀਸ਼ਨ ਦੇ ਵਿੱਚ ਸੀਗੇ, ਕਿਸ ਤਰ੍ਹਾਂ ਦੇ ਕੰਟਰੋਵਰਸੀ ਦੇ ਵਿੱਚ ਰਹੇ ਨੇ, ਉਹ ਕਿਸ ਤਰ੍ਹਾਂ ਦੇ ਇਲਜ਼ਾਮਾਤ ਉਹਨਾਂ ਤੇ ਲੱਗੇ ਸੀਗੇ। ਸੋ ਉਸ ਚੀਜ਼ ਨੂੰ ਵਿਰੋਧੀਆਂ ਵਾਸਤੇ ਇੱਕ ਟੌਪਿਕ ਬਣਾ ਕੇ ਪੇਸ਼ ਕਰ ਦਿੱਤਾ ਕੈਪਟਨ ਸਾਹਿਬ ਨੇ। ਪਰ ਇੱਕ ਚੀਜ਼ ਇੱਥੇ ਹੈਰਾਨੀ ਵਾਲੀ ਹੈ, ਮੇਰੇ ਜ਼ਿਹਨ ਦੇ ਵਿੱਚ ਤਾਂ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਔਰ BJP ਵੱਲੋਂ ਇਸ ਦੇ ਉੱਪਰ ਕੋਈ ਵੀ ਟਿੱਪਣੀ ਹਾਲੇ ਤੱਕ ਨਹੀਂ ਹੋਈ। ਈਵਨ ਕਿ ਸੁਖਬੀਰ ਵੱਲੋਂ ਕੋਈ ਵੀ ਟਵੀਟ ਵੀ ਨਹੀਂ ਹਾਲੇ ਤੱਕ ਕੀਤਾ ਗਿਆ। ਸੋ ਕਿਤੇ ਨਾ ਕਿਤੇ ਇਹ ਚੀਜ਼ ਕਿਸ ਤਰ੍ਹਾਂ ਚੱਲ ਰਹੀ ਹੈ ਹਲੇ ਉੱਭਰ ਕੇ ਸਾਹਮਣੇ
ਸਾਹਮਣੇ ਆਉਣ ਦਾ ਟਾਈਮ ਹੈਗਾ ਸਾਡੇ ਕੋਲ, ਪਰ ਇਹ ਨਿਯੁਕਤੀਆਂ ਜਿਹੜੀਆਂ ਸੀਗੀਆਂ ਉਹ ਬਹੁਤ ਹੀ ਕੰਟਰਾਡਿਕਟਰੀ ਕੀਤੀਆਂ ਕੈਪਟਨ ਸਾਹਿਬ। ਪ੍ਰਭਮੀਤ ਜੀ, ਕੈਪਟਨ ਸਾਹਿਬ ਲਗਾਤਾਰ ਜਿਹੜਾ ਹੈ ਆਪਣਾ ਜਿਹੜਾ ਦਾਇਰਾ ਉਹਨੂੰ ਜਿਹੜਾ ਹੈ ਆਪਣੇ ਲੋਕਾਂ ਦੇ ਨਾਲ ਜਿਹੜਾ ਹੈ ਉਹ ਕਵਰ ਕਰਦੇ ਜਾ ਰਹੇ ਆ। 13 ਲੋਕਾਂ ਨੂੰ ਉਹਨਾਂ ਨੇ ਅਪੁਆਇੰਟ ਕਰ ਲਿਆ, ਸਲਾਹਕਾਰ, ਸਕੱਤਰ, ਆਫਿਸਰ ਔਨ ਸਪੈਸ਼ਲ ਡਿਊਟੀ। ਕਿ ਜਿਹੜੇ ਲੋਕ ਇਸ ਵੇਲੇ ਜੌਬ ਦੇ ਵਿੱਚ ਨੇ, ਜਿਹੜੇ ਲੋਕ ਸਰਕਾਰੀ ਤੰਤਰ ਦੇ ਵਿੱਚ ਅਫੀਸ਼ੀਅਲ ਤੌਰ 'ਤੇ ਡਿਊਟੀਆਂ ਨਿਭਾ ਰਹੇ ਨੇ, ਉਹ ਕਾਬਲ ਨਹੀਂ ਆ ਜਾਂ ਕੈਪਟਨ ਸਾਹਿਬ ਉਹਨਾਂ 'ਤੇ ਯਕੀਨ ਨਹੀਂ ਕਰਦੇ, ਉਹਨਾਂ ਨੂੰ ਸਿਰਫ ਤੇ ਸਿਰਫ ਜਿਹੜਾ ਹੈ ਉਹ ਆਪਣਾ ਇੱਕ ਜਿਹੜਾ ਪੋਲੀਟੀਕਲ ਘੇਰਾ ਹੈ ਉਹਨੂੰ ਹੀ ਤੰਤਰ ਦੇ ਵਿੱਚ ਫਿੱਟ ਕਰਕੇ ਆਪਣੇ ਕੰਮ ਚਲਾਉਣਾ ਚਾਹੁੰਦੇ ਆ? ਕੁਲਬੀਰ ਜੀ, ਕੈਪਟਨ ਸਾਹਿਬ ਦਾ ਇੱਕ ਪੁਰਾਣਾ ਅੱਜ ਤੋਂ 10 ਸਾਲ ਪਹਿਲਾਂ ਵੀ ਉਹਨਾਂ ਦੀ ਸਰਕਾਰ ਦੇ ਵਿੱਚ ਇਹੀ ਟ੍ਰੈਂਡ ਸੀ ਔਰ ਹੁਣ ਵੀ ਇਹੀ ਟ੍ਰੈਂਡ ਹੈ ਕਿ ਉਹ ਆਪਣੇ ਆਲੇ ਦੁਆਲੇ ਇੱਕ ਸਰਕਲ ਮਾਰ ਲੈਂਦੇ ਨੇ ਔਰ ਉਸ ਸਰਕਲ ਦੇ ਵਿੱਚੋਂ ਨਿਕਲ ਕੇ ਹੀ ਕੈਪਟਨ ਸਾਹਿਬ ਨੂੰ ਮਿਲਿਆ ਜਾ ਸਕਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਦੀ ਜਿਹੜੀ ਬਿਊਰੋਕ੍ਰੇਸੀ ਉਹ ਐਫੀਸ਼ੀਐਂਟ ਨਹੀਂ ਹੈ, ਉਹ ਐਫੀਸ਼ੀਐਂਟ ਹੈ, ਬਿਲਕੁਲ ਐਫੀਸ਼ੀਐਂਟ ਹੈ, ਪਰ ਕੈਪਟਨ ਸਾਹਿਬ ਦਾ ਸ਼ਾਇਦ ਇੱਕ ਆਪਣਾ ਕੰਮ ਕਰਨ ਦਾ ਤਰੀਕਾ ਮੈਂ ਬਹੁਤ ਜ਼ਿਆਦਾ ਉਹਦੇ ਨਾਲ ਸਹਿਮਤ ਨਹੀਂ ਹੈ ਕਿ ਆਪਣੇ ਆਲੇ ਦੁਆਲੇ ਇੱਕ ਘੇਰਾ ਬਣਾ ਲਿਆ ਜਾਵੇ ਔਰ ਲੋਕਾਂ ਦੇ ਨਾਲ ਆਪਣਾ ਇੱਕ ਗੈਪ ਜਿਹੜਾ ਮੇਨਟੇਨ ਕਰ ਲਿਆ ਜਾਵੇ। ਇਸ ਤੋਂ ਇਲਾਵਾ ਜੇ ਆਪਾਂ ਖਰਚੇ ਦੀ ਗੱਲ ਕਰੀਏ ਤਾਂ ਵਾਕਈ ਖਰਚਾ ਜਿਹੜਾ ਹੈਗਾ ਉਹ ਸਰਕਾਰ ਤੇ ਬਹੁਤ ਜ਼ਿਆਦਾ ਪੈ ਰਿਹਾ। ਇਸ ਗੱਲ ਦਾ ਆਈ ਹੋਪ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਨਪ੍ਰੀਤ ਬਾਦਲ ਇਸ ਚੀਜ਼ ਨੂੰ ਲੈ ਕੇ ਕੋਈ ਨਾ ਕੋਈ ਬਿਆਨ ਦੇਣਗੇ ਜਾਂ ਕੋਈ ਨਾ ਕੋਈ ਗਵਰਨਮੈਂਟ ਨੂੰ ਕੋਈ ਰਿਕਮੈਂਡੇਸ਼ਨਸ ਭੇਜਣਗੇ ਕਿ ਖਰਚਾ ਕਿਸੇ ਤਰੀਕੇ ਘਟਾਇਆ ਜਾਵੇ। ਇਸ ਤੋਂ ਇਲਾਵਾ ਇੱਕ ਚੀਜ਼ ਕੁਝ ਵੀ ਇਹ ਸਮਝਣੀ ਹੋਏਗੀ ਕਿ ਸਰਕਾਰਾਂ ਜਿਹੜੀਆਂ ਆਉਂਦੀਆਂ ਨੇ ਉਹ ਆਪਣੇ ਹਿਸਾਬ ਨਾਲ ਪੋਲੀਟੀਕਲ ਅਪੁਆਇੰਟਮੈਂਟਸ ਤਾਂ ਕਰਦੀਆਂ ਹੀ ਕਰਦੀਆਂ ਨੇ। ਇੰਡੀਆ ਦੇ ਹਰੇਕ ਸਟੇਟ ਦੇ ਵਿੱਚ ਤੁਸੀਂ ਦੇਖ ਲਓ, ਰਿਕਾਰਡ ਚੱਕ ਕੇ ਦੇਖ ਲਓ, ਤਕਰੀਬਨ ਹਰ ਸਟੇਟ ਦੇ ਵਿੱਚ ਜਿੱਥੇ ਸਟੇਟ ਗਵਰਨਮੈਂਟ ਵਧੀਆ ਮੈਜੋਰਟੀ ਨਾਲ ਖਾਸ ਕਰਕੇ ਆਉਂਦੀ ਹੈ, ਉਹ ਆਪਣੀ ਮਨ ਭਾਉਂਦੀ ਹੈ ਜਿਹੜੀਆਂ ਪੋਲੀਟੀਕਲ ਅਪੁਆਇੰਟਮੈਂਟਸ ਕਰਦੀਆਂ ਹੀ ਕਰਦੀਆਂ ਨੇ। ਐਜ਼ ਫਾਰ ਐਜ਼ ਆਮ ਆਦਮੀ ਪਾਰਟੀ ਇਜ਼ ਕੰਸਰਨ, ਆਮ ਆਦਮੀ ਪਾਰਟੀ ਇਹਨਾਂ ਪੋਲੀਟੀਕਲ ਅਪੁਆਇੰਟਮੈਂਟਸ ਦੇ ਉੱਪਰ ਆਬਜੈਕਸ਼ਨ ਕਰਦੀ ਚੰਗੀ ਨਹੀਂ ਲੱਗਦੀ, ਕਿਉਂਕਿ ਦਿੱਲੀ ਦੇ ਵਿੱਚ ਉਹਨਾਂ ਦੇ ਆਪਣੇ ਜਿਹੜੇ ਪਾਰਲੀਮੈਂਟ ਸਕੱਤਰ ਨੇ ਉਹ ਕਿੰਨੇ ਕੁ ਜ਼ਿਆਦਾ ਸੀ ਔਰ ਉੱਥੇ ਹਾਈ ਕੋਰਟ ਦੇ ਕੀ ਵਿਊਜ਼ ਆ ਰਹੇ ਆ ਉਹ ਆਪਣੇ ਸਾਰੇ ਤੋਂ ਲੁਕੇ ਨਹੀਂ ਹੋਏ। ਸੋ ਆਮ ਆਦਮੀ ਪਾਰਟੀ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ, ਪਰ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ ਜਿਸ ਤਰ੍ਹਾਂ ਦਾ ਘੇਰਾ ਬਣਾ ਲਿਆ, ਮੈਨੂੰ ਡਾਊਟ ਹੈ, ਮੈਨੂੰ ਸ਼ੱਕ ਹੈ ਇਸ ਗੱਲ ਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਘੇਰੇ ਦੀ ਵਿਰੋਧਤਾ ਜਿਹੜੀ ਸ਼ੁਰੂ ਹੋ ਜਾਏਗੀ। ਕਿਤੇ ਨਾ ਕਿਤੇ ਹਲੇ ਕੈਪਟਨ ਸਾਹਿਬ ਪੰਜਾਬ ਦੇ ਵਿੱਚ ਜਾ ਕੇ ਲੋਕਾਂ ਦੇ ਮੁਖਾਤਿਬ ਨਹੀਂ ਹੋਏ, ਹਲੇ ਮੀਡੀਆ ਦੇ ਮੁਖਾਤਿਬ ਨਹੀਂ ਹੋਏ। ਜਦੋਂ ਸਾਡੇ ਨਾਲ ਗੱਲ ਕਰਨ ਆਉਣਗੇ, ਮੀਡੀਆ ਨਾਲ ਗੱਲ ਕਰਨ ਆਉਣਗੇ ਜਾਂ ਕਿਤੇ ਆਮ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨਗੇ, ਉਸ ਵੇਲੇ ਇਹ ਚੀਜ਼ ਅਬਜ਼ਰਵ ਕਰਨ ਵਾਲੀ ਹੋਏਗੀ ਕਿ ਉਹ ਘੇਰਾ ਕਿੰਨੀ ਕੁ ਹਰਡਲ ਕ੍ਰੀਏਟ ਕਰਦਾ, ਕਿੰਨੀਆਂ ਰੁਕਾਵਟਾਂ ਪਾਉਂਦਾ ਕੈਪਟਨ ਸਾਹਿਬ ਔਰ ਆਮ ਲੋਕਾਂ ਦੇ ਵਿੱਚ ਜਿਹੜਾ ਤਾਲਮੇਲ ਆ ਉਸ ਚੀਜ਼ ਲਈ। ਐਜ਼ ਫਾਰ ਐਜ਼ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ, ਸੀਪੀ ਜੀ ਨੇ ਵੀ ਗੱਲ ਕੀਤੀ ਸੀ ਕਿ 10 ਸਾਲ ਪਹਿਲਾਂ ਉਹਨਾਂ ਚਿਹਰਿਆਂ ਤੇ ਕੀ ਇਮੇਜ ਰਹੀ ਸੀ, ਉਹ ਇਮੇਜ ਵੀ ਬਹੁਤ ਮੈਟਰ ਕਰਦੀ ਹੈ। ਕੈਪਟਨ ਗਵਰਨਮੈਂਟ ਕੋਲ ਇੱਕ ਅੱਛਾ ਮੌਕਾ ਹੈ ਕਿ ਉਸ ਇਮੇਜ ਨੂੰ ਹੁਣ ਜਿਹੜਾ ਹੈਗਾ ਉਹ ਕਲੀਨ ਕਰਕੇ ਲੋਕਾਂ ਅੱਗੇ ਪੇਸ਼ ਕੀਤਾ ਜਾਵੇ। ਨਹੀਂ ਤਾਂ ਮੈਨੂੰ ਸ਼ੱਕ ਹੀ ਨਹੀਂ ਬਲਕਿ ਮੇਰਾ ਆਪਣਾ ਇੱਕ ਵਿਜ਼ਨ ਹੈ ਕਿ 2022 ਦੇ ਵਿੱਚ ਕੈਪਟਨ ਗਵਰਨਮੈਂਟ ਨੂੰ ਇਸ ਚੀਜ਼ ਕਰਕੇ ਬਹੁਤ ਜ਼ਿਆਦਾ ਲੋਕਾਂ ਦਾ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ, ਜਿਵੇਂ ਕਿ ਉਹਨਾਂ ਨੂੰ 2007 ਦੇ ਵਿੱਚ ਜਾਂ 2012 ਦੇ ਵਿੱਚ ਕਰਨਾ ਪਿਆ ਸੀ। ਜੀ ਸ਼ਬਦੀਪ ਜੀ, ਅਜੇ ਤੇ ਆਪਾਂ ਗੱਲ ਕਰਦੇ ਹਾਂ ਕਿ ਕੈਪਟਨ ਸਾਹਿਬ ਨੇ ਪੋਲੀਟੀਕਲ ਅਪਾਇੰਟਮੈਂਟਸ ਕਰ ਲਈਆਂ, 3 ਐਡਵਾਈਜ਼ਰ ਲਗਾ ਲਏ, 5 ਸਕੱਤਰ ਲਗਾ ਲਏ, 5 ਜਿਹੜੇ ਹੈਗੇ ਆ ਆਫਿਸਰ ਔਨ ਸਪੈਸ਼ਲ ਡਿਊਟੀ ਉਹਨਾਂ ਦੇ ਨਾਲ ਆ ਗਏ, 13 ਬੰਦੇ ਉਹਨਾਂ ਦੇ ਕੋਲ ਆ ਗਏ। ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ 29 ਮਾਰਚ ਨੂੰ ਜਿਹੜਾ ਸੈਸ਼ਨ ਦਾ ਲਾਸਟ ਦਿਨ ਹੋਏਗਾ, ਉਸ ਦਿਨ ਜਿਹੜਾ ਹੈਗਾ ਉਹ ਚੀਫ ਪਾਰਲੀਮੈਂਟਰੀ ਸੈਕਟਰੀ ਜਿਹੜੇ ਸਕੱਤਰਾਂ ਦੀ ਜਿਹੜੀ ਹੈਗੀ ਆ ਉਹਨਾਂ ਦੀ ਅਪੁਆਇੰਟਮੈਂਟ ਵਾਸਤੇ ਉਹ ਬਿੱਲ ਲੈ ਕੇ ਆਉਣਗੇ, ਕਿਉਂਕਿ ਉਹਨਾਂ ਦੇ ਕੋਲ ਅਗਰ ਆਪਾਂ ਸੰਵਿਧਾਨਕ ਤੌਰ 'ਤੇ ਦੇਖੀਏ ਤਾਂ ਉਹ ਜਿਹੜੇ ਪੰਜਾਬ ਦੇ ਵਿੱਚ 117 ਵਿਧਾਇਕਾਂ ਵਿੱਚੋਂ 15% ਜਿਹੜੇ ਹੈਗੇ ਨੇ ਉਹੀ ਮਿਨਿਸਟਰ ਬਣ ਸਕਦੇ ਨੇ, ਮੰਤਰੀ ਬਣ ਸਕਦੇ। ਉਹਨਾਂ ਦੇ ਵਿੱਚੋਂ ਜਿਹੜੇ 9 ਜਿਹੜੇ ਹੈਗੇ ਨੇ ਚੁਣੇ ਹੋਏ ਵਿਧਾਇਕਾਂ ਨੂੰ ਉਹ ਜਿਹੜੇ ਮੰਤਰੀ ਦਾ ਅਹੁਦਾ ਦੇ ਚੁੱਕੇ ਆ। 5 ਉਹਨਾਂ ਨੇ ਜਿਹੜੇ ਹੈਗੇ ਨੇ ਡੈਡੀਕੇਟਡ ਮੰਤਰੀ, ਉਹਨਾਂ ਦੀ ਜਿਹੜੀ ਪੋਲੀਟੀਕਲ ਅਪੁਆਇੰਟਮੈਂਟਸ ਹੈਗੀਆਂ ਉਹਨਾਂ ਨੂੰ ਦੇ ਦਿੱਤੇ ਨੇ, ਤੇ 4 ਹੀ ਜਿਹੜੇ ਮੰਤਰੀ ਹੈਗੇ ਨੇ ਉਹਨਾਂ ਨੂੰ ਅਫੀਸ਼ੀਅਲ ਤੌਰ ਦੇ ਉੱਪਰ ਜਿਹੜੇ ਹੈਗੇ ਨੇ ਅਲਾਉਡ ਹੋਣਗੇ ਲੀਗਲੀ ਪੰਜਾਬ ਦੇ ਵਿੱਚ ਹੋਰ ਅਪੁਆਇੰਟ ਕਰਨ ਵਾਸਤੇ। ਪਰ ਉਹਨਾਂ ਨੂੰ ਮੇਰਾ ਖਿਆਲ ਆ ਬਹੁਤ ਸਾਰੇ ਲੋਕ ਉਹਨਾਂ ਦੀ ਪਾਰਟੀ ਵਿੱਚ ਐਸੇ ਨੇ ਜਿਨ੍ਹਾਂ ਨੂੰ ਜਿਹੜੇ ਲੋਕਾਂ ਨੇ ਚੁਣ ਕੇ ਵਿਧਾਇਕ ਭੇਜੇ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਨੇ ਐਡਜਸਟ ਕਰਨਾ ਹੋਵੇਗਾ। ਉਮੀਦ ਇਹ ਕੀਤੀ ਜਾ ਰਹੀ ਹੈ ਕਿ ਜਿਹੜੇ ਪਾਰਲੀਮੈਂਟਰੀ ਸਕੱਤਰ ਹੈਗੇ ਆ ਉਹਨਾਂ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਔਰ 29 ਤਰੀਕ ਨੂੰ ਇੱਕ ਬਿੱਲ ਜਿਹੜਾ ਹੈਗਾ ਪਾਰਲੀਮੈਂਟਰੀ ਸਕੱਤਰ ਲਗਾਉਣ ਦਾ ਉਹ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਕਰਵਾ ਲਿਆ ਜਾਵੇਗਾ। ਮੈਂ ਦਰਸ਼ਕਾਂ ਨੂੰ ਵੀ ਯਾਦ ਕਰਵਾ ਦਾਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੇ ਲੋਕਾਂ ਨੂੰ ਐਡਜਸਟ ਕਰਨ ਵਾਸਤੇ 18 ਮਿਨਿਸਟਰਾਂ ਤੋਂ ਇਲਾਵਾ 23
ਸਕੱਤਰ ਲਗਾਏ ਗਏ ਸੀ ਜਿਹੜੇ ਕਿ ਪਿਛਲੇ ਸਾਲ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੇ ਗਏ ਸੀ। ਪਰ ਇਸ ਵਾਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਪਾਸ ਨਹੀਂ ਕੀਤਾ ਸੀ ਵਿਧਾਨ ਸਭਾ ਦੇ ਵਿੱਚ ਉਸ ਮਤੇ ਨੂੰ, ਪਰ ਇਸ ਵਾਰ ਲੱਗਦਾ ਹੈ ਕਿ ਕਾਂਗਰਸ, ਕਿਉਂਕਿ ਬਹੁਤ ਸਾਰੇ ਸੀਨੀਅਰ ਲੀਡਰ ਅਜੇ ਬਾਕੀ ਨੇ ਜਿਨ੍ਹਾਂ ਨੂੰ ਕੁਝ ਪੋਜੀਸ਼ਨਾਂ ਦੇਣੀਆਂ ਬਣਦੀਆਂ ਸੀ ਕੈਪਟਨ ਸਾਹਿਬ ਦੀਆਂ, ਪਰ ਅਜੇ ਦਿੱਤੀਆਂ ਨਹੀਂ ਗਈਆਂ, ਤੇ ਉਮੀਦ ਇਹ ਹੈ ਕਿ ਜਿਹੜੇ ਪਾਰਲੀਮੈਂਟਰੀ ਸਕੱਤਰ ਬਣਾ ਕੇ ਉਹਨਾਂ ਲੋਕਾਂ ਨੂੰ ਜਿਹੜੇ ਹੈਗੇ ਵੱਖੋ ਵੱਖਰੇ ਮਹਿਕਮੇ ਜਿਹੜੇ ਦੇ ਦਿੱਤੇ ਜਾਣਗੇ। ਕੀ ਲੱਗਦਾ ਤੁਹਾਨੂੰ ਕਿ ਕੈਪਟਨ ਸਾਹਿਬ 13 ਦੀ ਆਪਣੀ ਟੀਮ ਤੋਂ ਇਲਾਵਾ ਕਿੰਨੀ ਵੱਡੀ ਟੀਮ ਹੋਰ ਕਰਨਗੇ, ਔਰ ਜਿਹੜਾ ਸਕੱਤਰਾਂ ਵਾਲਾ ਬੋਝ ਆ ਉਹ ਵੀ ਪੰਜਾਬ ਦੇ ਉੱਪਰ ਇੱਕ ਬਹੁਤ ਵੱਡਾ ਬੋਝ ਬਣ ਜਾਏਗਾ? ਕੁਲਵੀਰ ਜੀ, ਇਹਨੂੰ ਦੋ ਤਰੀਕੇ ਨਾਲ ਦੇਖਿਆ ਜਾ ਸਕਦਾ। ਪਹਿਲਾ ਤਰੀਕਾ ਤਾਂ ਇਹ ਹੈ ਕਿ ਅਸੀਂ ਇਹ ਮੰਨ ਕੇ ਚੱਲੀਏ ਕਿ ਕੈਪਟਨ ਅਮਰਿੰਦਰ ਸਿੰਘ ਉਹੀ ਅਮਰਿੰਦਰ ਸਿੰਘ ਨੇ ਜਿਹੜੇ ਇੱਕ ਵਾਰ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ, ਤੇ ਉਹਨਾਂ ਕੋਲੇ ਰਾਜ ਕਰਨ ਦੀ ਇੱਕ ਪਰੰਪਰਾ ਉਹਨਾਂ ਦੇ ਦਿਲੋਂ ਦਿਮਾਗ ਤੇ ਛਾਈ ਹੋਈ ਹੈ, ਤੇ ਉਹਦੇ ਤੋਂ ਉਹ ਮੁਕਤ ਨਹੀਂ ਹੋ ਸਕਦੇ। ਪਰ ਅਸੀਂ ਇਸ ਨੂੰ ਜੇ ਉਸ ਤਰੀਕੇ ਨਾਲ ਦੇਖਾਂਗੇ ਤਾਂ ਸ਼ਾਇਦ ਅਸੀਂ ਅੱਜ ਦੀ ਤਰੀਕ ਦੇ ਵਿੱਚ ਜੋ ਉਹਨਾਂ ਦੀਆਂ ਰੀਅਲ ਪੋਜੀਸ਼ਨਾਂ ਨੇ, ਜੋ ਉਹਨਾਂ ਦੀਆਂ ਅਸਲ ਸਮੱਸਿਆਵਾਂ ਨੇ, ਉਹਨਾਂ ਤੋਂ ਥੋੜਾ ਦੂਰ ਚਲੇ ਜਾਵਾਂਗੇ। ਤੁਸੀਂ ਉਹਨਾਂ ਦਿਨਾਂ ਨੂੰ ਯਾਦ ਕਰੋ ਜਦੋਂ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋਣ ਵਾਲਾ ਸੀ, ਔਰ ਜਦੋਂ ਕਾਂਗਰਸ ਦੇ ਅੰਦਰ ਕਾਫੀ ਜ਼ਿਆਦਾ ਧੜੇਬੰਦੀ ਸੀ ਔਰ ਬਹੁਤ ਕਿਸਮ ਦੇ ਵਿਰੋਧ ਦਾ ਸਾਹਮਣਾ ਕੈਪਟਨ ਅਮਰਿੰਦਰ ਸਿੰਘ ਨੂੰ ਕਰਨਾ ਪੈ ਰਿਹਾ ਸੀ। ਇਸ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਕੋਈ ਬਹੁਤ ਵੱਡੀ ਜਿੱਤ ਪ੍ਰਾਪਤ ਕਰਨ ਜਾ ਰਹੀ ਹੈ। ਈਵਨ ਫੈਕਟ ਤਾਂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਖਰੀ ਦਿਨ ਤੱਕ ਵੀ ਲਗਭਗ 60-62 ਦੇ ਕਰੀਬ ਸੀਟਾਂ ਲੈਣ ਦਾ ਦਾਅਵਾ ਕਰ ਰਹੇ ਸੀ। ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਸਾਨੂੰ 77 ਸੀਟਾਂ ਮਿਲਣ ਜਾ ਰਹੀਆਂ ਨੇ, ਔਰ ਪੰਜਾਬ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਰਿਕਾਰਡ ਪੈਦਾ ਕਰਨ ਵਰਗੀ ਗੱਲ ਹੋਏਗੀ ਕਾਂਗਰਸ ਦੇ ਪੱਖ ਦੇ ਵਿੱਚ। ਜਦੋਂ ਉਹ ਉਸ ਸਿਚੁਏਸ਼ਨ ਨੂੰ ਫੇਸ ਕਰ ਰਹੇ ਸੀ, ਜਦੋਂ ਪਾਰਟੀ ਦੇ ਅੰਦਰ ਬਹੁਤ ਕਿਸਮ ਦੀ ਧੜੇਬੰਦੀ ਸੀ ਔਰ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਸੀ ਕਿ ਸਰਕਾਰ ਆਸਾਨੀ ਨਾਲ ਬਣ ਜਾਏਗੀ, ਉਦੋਂ ਉਹਨਾਂ ਦੀ ਇੱਕ ਜ਼ਰੂਰਤ ਬਣੀ ਹੋਈ ਸੀ ਕਿ ਹਰ ਬੰਦੇ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਜਾਵੇ। ਕਿਸੇ ਦੀ ਨਾਰਾਜ਼ਗੀ ਦੀ ਜਿਹੜੀ ਥੋੜੀ ਬਹੁਤੀ ਸੰਭਾਵਨਾ ਵੀ ਆ ਉਹਨੂੰ ਵੀ ਕਿਸੇ ਤਰੀਕੇ ਦੇ ਨਾਲ ਰੋਕ ਲਿਆ ਜਾਵੇ। ਉਦੋਂ ਉਹਨਾਂ ਨੇ ਵਾਰ-ਵਾਰ ਲੋਕਾਂ ਨੂੰ ਇਹ ਕਹਿਣ ਦਾ ਯਤਨ ਕੀਤਾ ਸੀ ਕਿ ਸਿਰਫ ਐਮਐਲਏ ਬਣਨਾ ਹੀ ਕਾਫੀ ਨਹੀਂ ਹੈ, ਇਸ ਤੋਂ ਬਿਨਾਂ ਵੀ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਤੁਹਾਨੂੰ ਅਲੱਗ-ਅਲੱਗ ਥਾਵਾਂ ਦੇ ਉੱਤੇ ਐਡਜਸਟ ਕਰ ਸਕਦੇ ਹਾਂ। ਸਮੱਸਿਆ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਇਹ ਬਣ ਰਹੀ ਹੈ ਕਿ ਉਹ ਬਾਹਰ ਰਹਿ ਗਏ ਲੋਕਾਂ ਨੂੰ ਹੀ ਨਹੀਂ ਬਲਕਿ ਐਮਐਲਏ ਬਣ ਚੁੱਕੇ ਲੋਕਾਂ ਨੂੰ ਵੀ ਇਸ ਬਹਾਨੇ ਦੇ ਨਾਲ ਪਾਰਲੀਮਾਨੀ ਸਕੱਤਰ ਦੇ ਤੌਰ ਦੇ ਉੱਤੇ ਆਪਣੇ ਮੰਤਰੀਆਂ ਦੇ ਨਾਲ ਨਿਯੁਕਤ ਕਰਨਾ ਚਾਹੁੰਦੇ ਨੇ ਕਿ ਇਹਦੇ ਨਾਲ ਉਹਨਾਂ ਨੂੰ ਰਾਜ ਕਰਨ ਦਾ ਤਜਰਬਾ ਆਏਗਾ ਤੇ ਭਵਿੱਖ ਦੇ ਵਿੱਚ ਹੈਲਪਫੁਲ ਹੋਣਗੇ ਪੰਜਾਬ ਦੀ ਜਿਹੜੀ ਸਿਚੁਏਸ਼ਨ ਨੂੰ ਸੁਧਾਰਨ ਦੇ ਲਈ। ਪਰ ਸੱਚਾਈ ਇਹੀ ਹੈ ਕਿ ਅਸਲ ਵਿੱਚ ਉਹ ਇਸ ਗੱਲ ਲਈ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਨੇ ਕਿ ਵੱਖ-ਵੱਖ ਧੜੇ ਜਿਨ੍ਹਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਉਹਨਾਂ ਧੜਿਆਂ ਨਾਲ ਜੁੜੇ ਹੋਏ ਲੋਕਾਂ ਨੂੰ ਜਿਹੜਾ ਉਹ ਵੱਖ-ਵੱਖ ਤਰੀਕੇ ਦੇ ਨਾਲ ਐਡਜਸਟ ਕੀਤਾ ਜਾਵੇ। ਹਾਲ ਦੀ ਘੜੀ ਉਹਨਾਂ ਕੋਲੇ ਸਭ ਤੋਂ ਆਸਾਨ ਤਰੀਕਾ ਇਹੀ ਹੈ ਕਿ ਜਿਹੜੇ ਲੋਕ ਜਿੱਤ ਕੇ ਆਏ ਨੇ ਔਰ ਵਿਰੋਧੀ ਧੜਿਆਂ ਦੇ ਵਿੱਚ ਕੰਮ ਕਰ ਰਹੇ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਖਿਲਾਫ ਉਹ ਸੁਰਾਂ ਦੁਬਾਰਾ ਉੱਠ ਸਕਦੀਆਂ ਨੇ ਜਿਹੜੀਆਂ ਪਹਿਲਾਂ ਵੀ ਉੱਠਦੀਆਂ ਰਹੀਆਂ, ਉਹਨਾਂ ਸੁਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪੋਲੀਟੀਕਲ ਸੁਰਾਂ ਨੂੰ ਦਬਾਉਣ ਦੇ ਲਈ ਆਪਣੀ ਪਾਰਟੀ ਦੇ ਜਥੇਬੰਦਕ ਸੰਕਟ ਨੂੰ ਹੱਲ ਕਰਨ ਦੇ ਲਈ ਪੰਜਾਬ ਦੇ ਲੋਕਾਂ ਦੇ ਉੱਤੇ ਬੋਝ ਪਾਇਆ ਜਾਵੇ, ਇਹ ਆਪਣੇ ਆਪ ਦੇ ਵਿੱਚ ਸੋਚਣ ਤੇ ਵਿਚਾਰਨ ਦੀ ਗੱਲ ਹੈ ਔਰ ਇਹਨੂੰ ਕੋਈ ਵੀ ਜਸਟੀਫਾਈਡ ਨਹੀਂ ਕਰ ਸਕਦਾ। ਹੋ ਸਕਦਾ ਉਹ ਕਾਨੂੰਨ ਦਾ ਜਿਹੜਾ ਕਹਿ ਲਓ ਵੀ ਨਕਾਬ ਓੜ ਕੇ ਇਸ ਗੱਲ ਦੇ ਵਿੱਚ ਸਫਲ ਹੋ ਜਾਣ ਕਿ ਉਹ ਜਿਹੜੇ ਬਣਾਏ ਗਏ ਲੋਕ ਨੇ ਉਹਨਾਂ ਨੂੰ ਰੱਖ ਲੈਣ। ਔਰ ਜਿਸ ਤਰ੍ਹਾਂ ਬਾਕੀਆਂ ਨੂੰ ਸਾਹਮਣਾ ਕਰਨਾ ਪਿਆ ਹੁਣ ਤੱਕ ਪਾਰਲੀਮਾਨੀ ਸਕੱਤਰਾਂ ਦੇ ਮਾਮਲੇ ਦੇ ਵਿੱਚ, ਜਿਵੇਂ ਅਕਾਲੀ ਦਲ ਦੀ ਸਰਕਾਰ ਨੂੰ ਕਰਨਾ ਪਿਆ ਸੀ, ਜਾਂ ਜਿਵੇਂ ਦਿੱਲੀ ਦੇ ਵਿੱਚ ਮਾਮਲਾ ਕਈ ਦਿਨਾਂ ਤੋਂ ਲਟਕ ਰਿਹਾ, ਉਹਨਾਂ ਦਾ ਪਤਾ ਨਹੀਂ ਕੀ ਬਣਨਾ, ਸ਼ਾਇਦ ਉਹ ਇਹਦੇ ਤੋਂ ਬਚਣ ਲਈ ਕਾਨੂੰਨੀ ਨੁਕਤੇ ਦੇ ਉੱਤੋਂ ਗੱਲਾਂ ਕਰਨੀਆਂ ਚਾਹੁੰਦੇ ਨੇ, ਪਰ ਇਨ ਰੀਅਲ ਸੈਂਸ ਤੋਂ ਪੰਜਾਬ ਦੇ ਲੋਕਾਂ ਦੇ ਉੱਤੇ ਬਹੁਤ ਵੱਡਾ ਬੋਝ ਪਾ ਰਹੇ ਨੇ। ਔਰ ਇੱਕ ਨੁਕਸ ਜਿਹੜਾ ਜਿਹਦੇ ਤੋਂ ਅਸੀਂ ਬਹੁਤ ਡਰਦੇ ਸੀ, ਜਿਹਨੂੰ ਮੈਂ ਆਪਣੇ ਤਰੀਕੇ ਦੇ ਨਾਲ ਭਰਤਿੰਦਰ ਚਾਹਲ ਵਰਤਾਰੇ ਦੇ ਤੌਰ ਤੇ ਦੇਖਣਾ, ਉਹਨੂੰ ਵੀ ਉਹਨਾਂ ਨੇ ਇੰਟਰੋਡਿਊਸ ਕਰ ਲਿਆ। ਔਰ ਇਹ ਦੋਨੋਂ ਚੀਜ਼ਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੇ ਅੰਦਰ ਚਾਹੇ ਬਚਾਈ ਰੱਖਣ, ਪਰ ਲੋਕਾਂ ਦੇ ਅੰਦਰ ਲਾਜ਼ਮੀ ਤੌਰ ਤੇ ਉਹਨਾਂ ਦੇ ਖਿਲਾਫ ਇੱਕ ਆਵਾਜ਼ ਉੱਠਣੀ ਸ਼ੁਰੂ ਹੋ ਜਾਏਗੀ। ਆਮ ਆਦਮੀ ਪਾਰਟੀ ਔਰ ਅਕਾਲੀ ਦਲ ਹੋ ਸਕਦਾ ਭਵਿੱਖ ਦੇ ਵਿੱਚ ਇਸ ਨੁਕਤੇ ਦੇ ਉੱਤੇ ਤੁਹਾਨੂੰ ਇੱਕ ਦੂਜੇ ਦੇ ਨਾਲ ਇੱਕ ਸੁਰ ਹੋਏ ਨਜ਼ਰ ਆਉਣ। ਜੇ ਆਪਾਂ ਕੈਪਟਨ ਸਾਹਿਬ ਦੀ ਗੱਲ ਕਰੀਏ ਤਾਂ 9 ਜਿਹੜੇ ਮੰਤਰੀ ਮੰਡਲ ਵਿੱਚ 9 ਲੋਕਾਂ ਨੂੰ ਮੰਤਰੀ ਮੰਡਲ ਵਿੱਚ ਉਹਨਾਂ ਨੇ ਸ਼ਾਮਲ ਕਰ ਲਿਆ ਸੀ। 9 ਉਹਨਾਂ ਦੇ ਕੋਲ ਸੀਟਾਂ ਖਾਲੀ ਸੀ ਜੇ ਆਪਾਂ 18 ਦੇ ਹਿਸਾਬ ਦੇ ਨਾਲ ਚੱਲੀਏ,
पर उन्होंने 5 ਜਿਹੜੀਆਂ ਆਪਣੀਆਂ ਜਿਹੜੀਆਂ ਚਹੇਤਿਆਂ ਨੂੰ ਜਿਹੜੀਆਂ ਅਪਾਇੰਟਮੈਂਟ ਕਰ ਦਿੱਤੀਆਂ। ਮੇਰਾ ਖਿਆਲ ਹੈ ਪੋਜੀਸ਼ਨ ਉਹਦੇ ਕਰਕੇ ਥੋੜੀ ਹੋਰ ਵੀ ਜ਼ਿਆਦਾ ਜਿਹੜੀ ਹੈਗੀ ਆ ਉਹਨਾਂ ਦੀ ਸਖਤ ਹੋ ਗਈ ਹੈ। ਮੇਰਾ ਨਹੀਂ ਖਿਆਲ ਹੈਗਾ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮੇਰਾ ਖਿਆਲ ਉਹ ਜਗ੍ਹਾ ਦੇਣੀਆਂ ਚਾਹੀਦੀਆਂ ਸੀ, ਨਾ ਕਿ ਆਪਣੇ ਚਹੇਤਿਆਂ ਨੂੰ ਦੇਣੀਆਂ ਚਾਹੀਦੀਆਂ ਸੀ। ਇਹ ਵੀ ਮੈਨੂੰ ਲੱਗਦਾ ਕਿ ਕੈਪਟਨ ਸਾਹਿਬ ਦੀ ਬਹੁਤ ਹੀ ਇੱਕ ਅਲੱਗ ਤਰੀਕੇ ਦੀ ਸੋਚ ਹੈ ਔਰ ਗਲਤ ਹੈ। ਜਿਹੜੇ ਲੋਕ ਜਨਤਾ ਨੇ ਚੁਣ ਕੇ ਭੇਜੇ ਸੀ ਉਹਨਾਂ ਲੋਕਾਂ ਦਾ ਹੱਕ ਖੋਹ ਕੇ ਜਿਹੜਾ ਹੈ ਉਹਨਾਂ ਨੇ ਆਪਣੇ ਚਹੇਤਿਆਂ ਨੂੰ ਦਿੱਤਾ ਔਰ ਜੇ ਉਹਨਾਂ ਵਾਸਤੇ ਜਿਹੜਾ ਹੈ ਹੁਣ ਪ੍ਰਿੰਸੀਪਲ ਸਕੱਤਰ ਜਾਂ ਪਾਰਲੀਮੈਂਟਰੀ ਸਕੱਤਰ ਬਣਾ ਕੇ ਉਹਨਾਂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਜੇ ਆਪਾਂ ਗੱਲ ਕਰੀਏ ਵਿਰੋਧ ਦੀ, ਇਸ ਦਾ ਵਿਰੋਧ ਹੋਣਾ ਸੁਭਾਵਿਕ ਹੈ। ਜੇ ਅਸੀਂ ਅੱਜ ਬੈਠ ਕੇ ਸਾਨੂੰ ਮਹਿਸੂਸ ਹੁੰਦਾ ਕਿ ਪੰਜਾਬ ਦੇ ਲੋਕਾਂ ਦੇ ਉੱਪਰ ਬੋਝ ਪਾਇਆ ਜਾ ਰਿਹਾ ਔਰ ਜਿਹੜੇ ਲੋਕ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜੇ ਸੀ ਉਹਨਾਂ ਨੂੰ ਜਿਹੜੀਆਂ ਜਗ੍ਹਾ ਮਿਲਣੀ ਚਾਹੀਦੀ ਸੀ ਉਹਨਾਂ ਦੀ ਜਗ੍ਹਾ ਦੇ ਉੱਪਰ ਆਪਣੇ ਚਹੇਤਿਆਂ ਨੂੰ ਜਗ੍ਹਾ ਦੇ ਕੇ ਉਹ ਜਿਹੜੇ ਲੋਕਾਂ ਦੀ ਜਿਹੜੀ ਕਹਿ ਸਕਦੇ ਕਿ ਲੋਕਾਂ ਦਾ ਜਿਹੜਾ ਬਹੁਮਤ ਹੈਗਾ, ਲੋਕਾਂ ਦੀ ਜਿਹੜੀ ਰਾਏ ਸੀ ਉਹਨੂੰ ਜਿਹੜਾ ਹੈ ਦਰਕਿਨਾਰ ਕੀਤਾ ਜਾ ਰਿਹਾ। ਸਿੱਧੇ ਤੌਰ ਤੇ ਉੱਪਰ ਲੋਕਾਂ ਦੀ ਰਾਏ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਲੋਕਾਂ ਦੇ ਉੱਪਰ ਵਾਧੂ ਬੋਝ ਪਾਇਆ ਜਾ ਰਿਹਾ। ਵਿਰੋਧ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਦਰਜ ਜ਼ਰੂਰ ਕੀਤਾ ਗਿਆ ਪਰ ਆਮ ਆਦਮੀ ਪਾਰਟੀ ਨੇ ਵੀ ਇਹੀ ਦਿੱਲੀ ਦੇ ਵਿੱਚ ਕੀਤਾ ਸੀ। ਪਰ ਦਿੱਲੀ ਵਿੱਚ ਉਹਨਾਂ ਦਾ ਇੱਕ ਬਹੁਤ ਵਧੀਆ ਬਹਾਨਾ ਸੀ ਕਿ ਅਸੀਂ ਕਿਸੇ ਨੂੰ ਵੀ ਜਿਹੜੀ ਹੈਗੀ ਵਾਧੂ ਤਨਖਾਹ ਨਹੀਂ ਦਿੰਦੇ, ਵਾਧੂ ਉਹਨੂੰ ਕੁਛ ਨਹੀਂ ਦਿੰਦੇ, ਖਰਚਾ ਜਿਹੜਾ ਹੈ ਸਾਡਾ ਉਹੀ ਹੈ ਜੋ ਇੱਕ ਵਿਧਾਇਕ ਨੂੰ ਦਿੱਤਾ ਜਾਂਦਾ ਸੀ। ਅਗਰ ਉਸ ਤਰੀਕੇ ਦਾ ਵਰਤਾਰਾ ਕੈਪਟਨ ਸਾਹਿਬ ਕਰਦੇ ਨੇ, ਪਾਰਲੀਮੈਂਟਰੀ ਸਕੱਤਰ ਲਾ ਦਿੰਦੇ ਨੇ ਪਰ ਜਿਹੜਾ ਉਹਨਾਂ ਦੀਆਂ ਤਨਖਾਹਾਂ ਜਾਂ ਉਹਨਾਂ ਦੇ ਖਰਚੇ ਜਿਹੜੇ ਹੈਗੇ ਨੇ ਉਹ ਉਹੀ ਰਹਿਣਗੇ ਜਿਹੜੇ ਇੱਕ ਵਿਧਾਇਕ ਦੇ ਹੁੰਦੇ, ਤਾਂ ਸ਼ਾਇਦ ਜਿਹੜਾ ਹੈ ਉਹ ਪੰਜਾਬ ਦੇ ਭਲੇ ਦੇ ਹੱਕ ਦੇ ਪੰਜਾਬ ਦੇ ਭਲੇ ਲਈ ਭੁਗਤ ਜਾਣ। ਪਰ ਮੈਨੂੰ ਉਮੀਦ ਬਹੁਤ ਘੱਟ ਆ ਕਿਉਂਕਿ ਕੈਪਟਨ ਸਾਹਿਬ ਦੀ ਸੋਚ ਤੇ ਮਨਪ੍ਰੀਤ ਬਾਦਲ ਦੀ ਸੋਚ ਦੇ ਵਿੱਚ ਮੈਨੂੰ ਇੱਥੇ ਆ ਕੇ ਇੱਕ ਵੱਡਾ ਫਰਕ ਨਜ਼ਰ ਆਉਂਦਾ ਕਿ ਮਨਪ੍ਰੀਤ ਬਾਦਲ ਹਰ ਵੇਲੇ ਜਿਹੜਾ ਹੈ ਉਹ ਚਾਹੁੰਦੇ ਨੇ ਕਿ ਖਰਚੇ ਘਟਾ ਲਏ ਜਾਣ, ਇਨਕਮ ਵਧਾਈ ਜਾਵੇ, ਪਰ ਕੈਪਟਨ ਸਾਹਿਬ ਦਾ ਇਹੋ ਜਿਹਾ ਮੈਨੂੰ ਕੋਈ ਇਰਾਦਾ ਨਹੀਂ ਲੱਗਦਾ। ਜੇ ਮੈਂ ਵਿਰੋਧੀ ਧਿਰ ਦੀ ਗੱਲ ਕਰਾਂ, ਆਮ ਆਦਮੀ ਪਾਰਟੀ ਇਸ ਗੱਲ ਦਾ ਵਿਰੋਧ ਤੇ ਕਰਦੀ ਹੈ ਜਿਹੜਾ ਬਣਦਾ ਵੀ ਹੈ ਔਰ ਬਿਲਕੁਲ ਜੈਨੂਅਨ ਬਣਦਾ ਮੈਨੂੰ ਲੱਗਦਾ। ਪਰ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲੇ ਤੱਕ ਕੋਈ ਵੀ ਟਿੱਪਣੀ, ਕਿਸੇ ਵੀ ਤਰੀਕੇ ਦਾ ਕੋਈ ਬਿਆਨ ਕੈਪਟਨ ਸਾਹਿਬ ਦੇ ਪਿਛਲੇ 10 ਦਿਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਬਿਲਕੁਲ ਨਹੀਂ ਆਇਆ। ਜੇ ਆਪਾਂ ਵੱਡੇ ਬਾਦਲ ਤੇ ਛੋਟੇ ਬਾਦਲ ਦੀ ਗੱਲ ਕਰੀਏ, ਪਹਿਲੇ ਦਿਨ ਦੇ ਸੈਸ਼ਨ ਦੇ ਵਿੱਚ ਵੀ ਇਹ ਦੋਨੋਂ ਹਾਜ਼ਰ ਨਹੀਂ ਹੋਏ ਜੀ। ਜਿਹੜੀ ਮੇਰਾ ਖਿਆਲ ਹੈ ਇੱਕ ਹੋਰ ਵੱਡੀ ਗੱਲ ਹੈਗੀ ਕਿ ਸ਼ਾਇਦ ਉਹ ਹੁਣ ਕਿਉਂਕਿ ਪਾਵਰ ਵਿੱਚ ਨਹੀਂ ਹੈਗੇ ਉਹ ਅਸੈਂਬਲੀ ਨੂੰ ਸੀਰੀਅਸਲੀ ਹੀ ਨਹੀਂ ਲੈਣਗੇ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਵੱਡੇ ਬਾਦਲ ਨੂੰ, ਛੋਟੇ ਬਾਦਲ ਨੂੰ ਸ਼ਾਇਦ ਵਿਧਾਨ ਸਭਾ ਦੇ ਵਿੱਚ ਬੈਠਿਆਂ ਕਦੀ ਨਹੀਂ ਦੇਖਾਂਗੇ, ਬਹੁਤ ਘੱਟ ਦੇਖਾਂਗੇ ਕਿਉਂਕਿ ਜਦੋਂ ਕਿਤੇ ਸੈਸ਼ਨ ਹੋਏਗਾ ਉਦੋਂ ਉਹ ਇੱਧਰ ਉੱਧਰ ਹੋ ਵੀ ਸਕਦੇ ਨੇ। ਆਪਾਂ ਗੱਲ ਕਰਦੇ ਹਾਂ ਜੀ ਕਿ ਅਗਰ ਕੈਪਟਨ ਸਾਹਿਬ ਪਾਰਲੀਮੈਂਟਰੀ ਸਕੱਤਰ ਲਗਾ ਕੇ ਆਪਣੇ ਲੋਕਾਂ ਨੂੰ ਐਡਜਸਟ ਕਰਕੇ ਆਪ ਤੇ ਖੁਸ਼ ਹੁੰਦੇ ਨੇ, ਲੋਕਾਂ ਦੇ ਵਿੱਚ ਇੱਕ ਵਿਰੋਧ ਜਾਏਗਾ ਹੀ ਜਾਏਗਾ। ਪਰ ਕੈਪਟਨ ਸਾਹਿਬ ਨਾਲ ਹੀ ਨਾਲ ਜਿੱਦਾਂ ਦੋ ਟਰੈਕ ਆਪਾਂ ਦੇਖ ਸਕਦੇ ਹਾਂ ਕਿ ਉਹਨਾਂ ਦੇ ਚੱਲਦੇ ਪਏ ਨੇ। ਇੱਕ ਪਾਸੇ ਉਹ ਕੁਝ ਗੱਲਾਂ ਬੜੀਆਂ ਚੰਗੀਆਂ ਕਰ ਰਹੇ ਨੇ ਜਿਹੜੀਆਂ ਅੱਛਾ ਮੈਸੇਜ ਲੋਕਾਂ ਤੱਕ ਪਹੁੰਚਾ ਰਹੀਆਂ, ਦੂਜੇ ਪਾਸੇ ਉਹ ਅਸਲੀ ਕੈਪਟਨ ਜਿਹੜਾ ਉਹਨਾਂ ਦਾ ਸੁਭਾਅ ਆ ਉਹਨੂੰ ਵੀ ਨਾਲ ਲੈ ਕੇ ਚੱਲੇ ਹੋਏ ਨੇ, ਉਹ ਆਪਣਾ ਉਹ ਵਰਤਾਰਾ ਵੀ ਜਾਰੀ ਰੱਖ ਰਹੇ ਨੇ। ਜੇ ਆਪਾਂ ਗੱਲ ਕਰੀਏ ਕਿ ਪਿਛਲੇ ਦਿਨਾਂ ਦੇ ਦੌਰਾਨ ਕਿਹੜੇ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਉੱਪਰ ਕੈਪਟਨ ਸਾਹਿਬ ਨੇ ਇਮੀਡੀਏਟ ਜਿਹੜਾ ਹੈ ਉਹ ਸਟੈਪ ਚੱਕਿਆ, ਤਾਂ 2 ਘਟਨਾਵਾਂ ਹੋਈਆਂ ਸੀ 2-3 ਦਿਨ ਪਹਿਲਾਂ, ਜਿਹਦੇ ਵਿੱਚ ਇੱਕ ਔਰਬਿਟ ਬੱਸ ਦੇ ਨਾਲ ਤੇ ਇੱਕ ਹੋਰ ਬੱਸ ਦੇ ਨਾਲ 8 ਲੋਕਾਂ ਦੀ ਮੌਤ ਹੋਈ ਸੀ। ਕੈਪਟਨ ਸਾਹਿਬ ਨੇ ਇਹਦਾ ਬੜਾ ਸੀਰੀਅਸ ਨੋਟ ਲਿਆ ਜਿਹੜਾ ਕਿ ਸ਼ਾਇਦ ਪਿਛਲੀ ਸਰਕਾਰ ਵੇਲੇ ਅਸੀਂ ਕੈਪਟਨ ਸਾਹਿਬ ਦੇ ਕੋਲੋਂ ਉਮੀਦ ਨਹੀਂ ਕਰਦੇ ਸੀ। ਇਸ ਵਾਰ ਉਹਨਾਂ ਨੇ ਬੜਾ ਸੀਰੀਅਸ ਨੋਟ ਲਿਆ। ਉਹਨਾਂ ਨੇ ਜਿਹੜਾ ਬੱਸਾਂ ਦੀ ਸਪੀਡ ਦੇ ਉੱਪਰ ਜਿਹੜਾ ਹੈ ਉਹ ਇੱਕ ਕ੍ਰੈਕਡਾਊਨ ਕਰਨ ਵਾਸਤੇ ਪੁਲਿਸ ਨੂੰ ਆਰਡਰ ਵੀ ਕਰ ਦਿੱਤਾ ਕਿ ਜਿਹੜੇ ਹੈਗੀਆਂ ਜਿੰਨੀਆਂ ਵੀ ਪਬਲਿਕ ਟਰਾਂਸਪੋਰਟ ਹੈਗੀ ਆ ਉਹਦੇ ਉੱਪਰ ਨਿਗਾਹ ਰੱਖੀ ਜਾਵੇ। ਔਰ ਉਹਨਾਂ ਨੇ ਜਿਹੜਾ ਮੈਨੇਜਮੈਂਟ ਹੈਗੀ, ਐਜੂਕੇਸ਼ਨ ਹੈਗਾ, ਉਹਨੂੰ ਇਹ ਵੀ ਹਿਦਾਇਤ ਕੀਤੀ ਆ ਕਿ ਬੱਸਾਂ ਦੇ ਵਿੱਚ ਜਿਹੜੇ ਸਪੀਡ ਗਵਰਨਰਸ ਹੈਗੇ ਆ ਉਹ ਲਗਾਉਣ ਦੀ ਜੋ ਤਜਵੀਜ਼ ਜਿਹੜੀ ਹੈਗੀ ਆ ਉਹ ਰੱਖਣ ਜਾਂ ਉਹਦਾ ਦੇਖਣ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਬੱਸਾਂ ਦੀ ਜਿਹੜੀ ਸਪੀਡ ਹੈਗੀ ਆ ਉਹਨੂੰ ਕੰਟਰੋਲ ਕੀਤਾ ਜਾ ਸਕਦਾ। ਜੇ ਆਪਾਂ ਗੱਲ ਕਰੀਏ ਕਿ ਗੁਰਦਾਸਪੁਰ ਜੇਲ੍ਹ ਦੇ ਵਿੱਚ 2 ਧੜਿਆਂ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਝਗੜਾ ਹੋਇਆ, ਬਹੁਤ ਵੱਡੀ ਮਾਤਰਾ ਦੇ ਵਿੱਚ ਪੁਲਿਸ ਨੂੰ ਜਾ ਕੇ ਜਿਹੜਾ ਹੈ ਕੈਦੀਆਂ ਨੂੰ ਕੰਟਰੋਲ ਕਰਨਾ ਪਿਆ। ਕੰਧ ਵੀ ਜਿਹੜੀ ਹੈਗੀ ਆ ਉਹਨੂੰ ਪਾੜ ਕੇ ਕੈਦੀ ਦੌੜਨ ਦੀ ਕੋਸ਼ਿਸ਼ ਵੀ ਕਰ ਰਹੇ ਸੀ, ਬਹੁਤ ਵੱਡਾ ਮਸਲਾ ਹੋਇਆ। ਉਹਦੇ ਉੱਪਰ ਵੀ ਕੈਪਟਨ ਸਾਹਿਬ ਨੇ ਇਮੀਡੀਏਟ ਜਿਹੜਾ ਬਿਆਨ ਆਉਂਦਾ ਉਹਨਾਂ ਦਾ, ਉਸੇ ਵੇਲੇ ਜਿਹੜੀ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਨੇ ਸਪੈਸ਼ਲ ਮੀਟਿੰਗ ਉਹਨਾਂ ਨੇ ਬੁਲਾ ਲਈ ਆ ਜੀ। ਇਸ ਤਰੀਕੇ ਦਾ ਜਿਹੜਾ ਕੈਪਟਨ ਸਾਹਿਬ ਦਾ ਇਸ ਵਾਰੀ ਅਸੀਂ ਰੂਪ ਦੇਖ ਰਹੇ ਹਾਂ, ਸੀਪੀ ਸਿੰਘ ਜੀ, ਕੀ ਲੱਗਦਾ ਤੁਹਾਨੂੰ ਕਿ ਕੈਪਟਨ ਸਾਹਿਬ ਆਪਣਾ ਜਿਹੜਾ ਪੁਰਾਣਾ ਉਹਨਾਂ ਦਾ ਇੱਕ ਰਵੱਈਆ ਸੀ ਰਾਜਿਆਂ ਵਾਲਾ ਉਹ ਵੀ ਰੱਖ ਰਹੇ ਨੇ, ਪਰ ਨਾਲ ਨਾਲ ਉਹ ਲੋਕਾਂ ਦੀ ਜਿਹੜੀ ਨਬਜ਼ ਨੂੰ ਸਮਝਦਿਆਂ ਹੋਇਆਂ ਉਸ ਤਰੀਕੇ ਨਾਲ ਕੰਮ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ? ਸੀਪੀ ਜੀ। ਹਾਂਜੀ ਕੁਲਵੀਰ ਜੀ,
आ रही मेरी आवाज? जी जी। ਦੇਖੋ ਇੱਕ ਚੀਜ਼ ਇੱਥੇ ਨਾ ਅਸੀਂ ਭੁੱਲੀਏ ਕਿ ਕਾਂਗਰਸ ਜਿਹੜੀ ਉਹ ਪਹਿਲੀ ਵਾਰ ਸੱਤਾ ਦੇ ਵਿੱਚ ਨਹੀਂ ਆਈ। ਪਿਛਲੀ ਵਾਰ ਵੀ ਜਦੋਂ ਅਸੀਂ 10 ਸਾਲ ਪਹਿਲਾਂ ਦੇਖਿਆ ਤਾਂ ਕੈਪਟਨ ਸਾਹਿਬ ਦਾ ਉਹੀ ਰਵੱਈਆ ਸੀਗਾ। ਕੈਪਟਨ ਸਾਹਿਬ ਇੱਕ ਮਹਾਰਾਜਾ ਲਾਈਫਸਟਾਈਲ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦੇ ਹੈ। ਕੈਪਟਨ ਸਾਹਿਬ ਆਪਣੀ ਰਿਆਸਤੀਆਂ ਦੇ ਵਿੱਚ ਜ਼ਿਆਦਾ ਜਾਣਾ ਪਸੰਦ ਕਰਦੇ। ਕੈਪਟਨ ਸਾਹਿਬ ਆਪਣੇ ਸ਼ੌਕ ਜਾਂ ਜਿਹੜੇ ਜੋ ਵੀ ਆਪਣੇ ਹੈਗੇ ਨੇ, ਚਲੋ ਠੀਕ ਹੈ ਇਹ ਉਹਨਾਂ ਦੀ ਪਰਸਨਲ ਲਾਈਫ ਵੀ ਕਹਿ ਸਕਦੇ ਆ, ਬਟ ਕਿਤੇ ਨਾ ਕਿਤੇ ਉਹ ਜਿਹੜੀ ਪਰਸਨਲ ਲਾਈਫ ਦਾ ਇਫੈਕਟ ਹੁੰਦਾ ਹੈ ਉਹ ਤੁਹਾਡੀ ਜਿਹੜੀ ਪ੍ਰੋਫੈਸ਼ਨਲ ਜਾਂ ਤੁਹਾਡੀ ਪੋਲੀਟੀਕਲ ਲਾਈਫ ਦੇ ਵਿੱਚ ਆ ਕੇ ਉਹ ਸਾਨੂੰ ਜ਼ਰੂਰ ਦਿਸਦਾ ਹੈ। ਉਹ ਸੇਮ ਚੀਜ਼ ਇੱਥੇ ਅਡਾਪਟ ਹੋਈ ਹੈ। ਆਪਣੇ ਚਹੇਤਿਆਂ ਨੂੰ ਜਿਹੜੀ ਹੈ ਉਹ 13 ਸੀਟਾਂ ਦੇ ਉੱਪਰ ਦੇ ਦਿੱਤਾ ਉਹਨਾਂ ਨੇ, 13 ਅਹੁਦੇ ਉਹਨਾਂ ਨੂੰ ਪ੍ਰਦਾਨ ਕਰ ਦਿੱਤੇ ਨੇ, ਪਰ ਕਿਤੇ ਨਾ ਕਿਤੇ ਉਹ ਲਾਈਫ ਸਟਾਈਲ ਹੈ ਜਿਹੜਾ ਜਾਂ ਉਹ ਕਿਤੇ ਝਲਕ ਜਾਂਦਾ ਹੈ ਕੈਪਟਨ ਸਾਹਿਬ ਦੇ ਰੋਜ਼ਮਰਾ ਦੇ ਉੱਪਰ। ਔਰ ਜੇ ਅਸੀਂ ਗੱਲ ਕਰੀਏ ਕਿ ਉਹ ਕਾਫੀ ਨੇੜੇ ਹੋ ਕੇ ਕੰਮ ਕੀਤੇ ਕਰ ਰਹੇ ਨੇ ਜਾਂ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਚੁਣਾਵ ਦੇ ਵਿੱਚ, ਉਹ ਹਲੇ ਉਹਦੇ ਵਿੱਚ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ। ਪਰ ਕੁਲਵੀਰ ਜੀ ਮੇਰੀ ਲਾਈਨ ਕੱਟੀ ਗਈ ਸੀ, ਸ਼ਾਇਦ ਤੁਹਾਡਾ ਕੁਐਸਚਨ ਇਹੀ ਸੀ ਕਿ ਉਹਨਾਂ ਦਾ ਜਾਂ ਇੱਕ ਵਾਰ ਤੁਸੀਂ ਆਪਣਾ ਕੁਐਸਚਨ ਪਲੀਜ਼ ਰਿਪੀਟ ਕਰ ਸਕਦੇ ਹੋ? ਮੇਰਾ ਸਵਾਲ ਇਹ ਸੀ ਕਿ ਇੱਕ ਪਾਸੇ ਤੇ ਕੈਪਟਨ ਸਾਹਿਬ ਆਪਣਾ ਜਿਹੜਾ ਉਹਨਾਂ ਦਾ ਪੁਰਾਣਾ ਰਵੱਈਆ, ਇੱਕ ਰਾਜਿਆਂ ਵਾਲਾ ਰਵੱਈਆ, ਉਹਨੂੰ ਵੀ ਉਹ ਕੰਟੀਨਿਊ ਕਰ ਰਹੇ ਆ, ਭਾਵੇਂ ਕਿ ਮਨਪ੍ਰੀਤ ਬਾਦਲ ਜਿੰਨਾ ਮਰਜ਼ੀ ਬੋਲ ਰਹੇ ਆ, ਪਰ ਕੈਪਟਨ ਸਾਹਿਬ ਦੇ ਵਿੱਚ ਸਾਨੂੰ ਜਦੋਂ ਉਹਨਾਂ ਦੇ ਤੁਸੀਂ ਆਫਿਸ ਸਟਰਕਚਰ ਨੂੰ ਦੇਖਦੇ ਆ, ਜਦੋਂ ਉਹਨਾਂ ਦੇ CMO ਆਫਿਸ ਦੇਖਦੇ ਆ ਤੇ ਉਹਦੇ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਪਰ ਕੈਪਟਨ ਸਾਹਿਬ ਦਾ ਇਸ ਵਾਰ ਮਸਲਿਆਂ ਦੇ ਉੱਪਰ ਰਿਐਕਟ ਕਰਨ ਦਾ ਤਰੀਕਾ ਵੱਖਰਾ ਹੈ, ਉਹਨਾਂ ਦੀ ਅਪਰੋਚ ਵੱਖਰੀ ਆ ਰਹੀ ਆ। ਉਹ ਇਸ ਵਾਰ ਜਿਹੜੀ ਕੋਈ ਗੱਲ ਹੈਗੀ ਉਹ ਤੇ ਸਟੇਟਮੈਂਟ ਨਹੀਂ ਦਿੰਦੇ, ਉਹਦੇ ਉੱਪਰ ਇਮੀਡੀਏਟ ਕੰਮ ਕਰਨ ਦੀ ਕੋਸ਼ਿਸ਼ ਕਰਦੇ। ਮੈਂ ਜ਼ਿਕਰ ਕੀਤਾ ਸੀ ਕਿ 2 ਦਿਨ ਪਹਿਲਾਂ ਪੰਜਾਬ ਦੇ ਵਿੱਚ 2 ਜਿਹੜੀਆਂ ਬੱਸਾਂ ਆ ਉਹਦੇ ਨਾਲ 8 ਲੋਕਾਂ ਦੀ ਮੌਤ ਹੋਈ ਸੀ। ਉਹਦੇ ਉੱਪਰ ਇਮੀਡੀਏਟ ਉਹਨਾਂ ਨੇ ਜਿਹੜਾ ਹੈ ਪੁਲਿਸ ਨੂੰ ਆਰਡਰ ਕੀਤਾ ਕਿ ਬੱਸਾਂ ਦੀ ਸਪੀਡ ਦੇ ਉੱਪਰ ਕ੍ਰੈਕਡਾਊਨ ਕੀਤਾ ਜਾਵੇ, ਜਿਹੜੇ ਰੂਲ ਐਂਡ ਰੈਗੂਲੇਸ਼ਨ ਦੀ ਵਾਇਓਲੇਸ਼ਨ ਹੁੰਦੀ ਉਹਦੇ ਉੱਪਰ ਕ੍ਰੈਕਡਾਊਨ ਕੀਤਾ ਜਾਵੇ, ਬੱਸਾਂ ਦੀ ਸਪੀਡ ਲਿਮਟ ਨੂੰ ਬੰਨਣ ਵਾਸਤੇ, ਬੱਸਾਂ ਦੀ ਸਪੀਡ ਬੰਨਣ ਵਾਸਤੇ ਟੈਕਨੀਕਲ ਤੌਰ ਤੇ ਉਪਰਾਲੇ ਕੀਤੇ ਜਾਣ ਤਾਂ ਕਿ ਬੱਸਾਂ ਤੇਜ਼ ਨਾ ਚੱਲਣ ਸੜਕ ਦੇ ਉੱਪਰ। ਪਠਾਨਕੋਟ ਜੇਲ੍ਹ ਦੇ ਵਿੱਚ ਇੰਸੀਡੈਂਟ ਹੁੰਦਾ, ਇਮੀਡੀਏਟਲੀ ਜਿਹੜੀ ਹੈਗੀ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਮੀਟਿੰਗ ਬੁਲਾ ਲਈ ਜਾਂਦੀ ਹੈ। ਅਰੁਣਾ ਚੌਧਰੀ ਦੇ ਉੱਪਰ ਇਲਜ਼ਾਮ ਲੱਗਦੇ ਆ ਕਿ ਉਹਨੂੰ ਐਜੂਕੇਸ਼ਨ ਮਿਨਿਸਟਰ ਬਣਾ ਦਿੱਤਾ ਗਿਆ ਤੇ ਉਹਨੂੰ ਪੰਜਾਬੀ ਨਹੀਂ ਆਉਂਦੀ ਤੇ ਉਹਨਾਂ ਦੇ ਜਿਹੜੇ ਹਸਬੈਂਡ ਹੈਗੇ ਆ ਉਹ ਉਹਨਾਂ ਦੇ ਨਾਲ ਬਰਾਬਰ ਕੁਰਸੀ ਲਾ ਕੇ ਉਹਨਾਂ ਦਾ ਕੰਮ ਕਰਦੇ ਪਏ ਆ। ਇਹਦੇ ਉੱਪਰ ਵੀ ਕੈਪਟਨ ਸਾਹਿਬ ਦਾ ਇਮੀਡੀਏਟ ਅਰੁਣਾ ਚੌਧਰੀ ਨੂੰ ਜਿਹੜਾ ਹੈ ਸਵਾਲ ਚਲਿਆ ਜਾਂਦਾ ਕਿ ਉਹ ਜਵਾਬ ਦੇਣ ਕੈਪਟਨ ਸਾਹਿਬ ਨੂੰ ਕਿ ਉਹਨਾਂ ਦੇ ਘਰ ਵਾਲਾ ਉਹਨਾਂ ਦੇ ਨਾਲ, ਉਹਨਾਂ ਦਾ ਹਸਬੈਂਡ ਉਹਨਾਂ ਦੇ ਨਾਲ ਬੈਠ ਕੇ ਕੰਮ ਕਰਦੇ ਜਾਂ ਨਹੀਂ ਕਰਦੇ, ਜਾਂ ਉਹਨਾਂ ਨੂੰ ਇੰਟਰਫੇਅਰ ਕਰ ਰਹੇ ਜਾਂ ਨਹੀਂ ਕਰ ਰਹੇ, ਤਾਂ ਕਿੰਨਾ ਕਰ ਰਹੇ ਨੇ। ਇਸ ਤਰੀਕੇ ਨਾਲ ਜਿਹੜਾ ਕੈਪਟਨ ਸਾਹਿਬ ਦਾ ਇਸ ਵਾਰੀ ਇਹ ਰਵੱਈਆ ਵੀ ਨਾਲ ਪੈਰਲਲ ਦਿਖ ਰਿਹਾ ਸਾਨੂੰ ਕਿ ਹਰ ਮੁੱਦੇ ਨੂੰ ਇਮੀਡੀਏਟ ਐਡਰੈਸ ਕੀਤਾ ਜਾ ਰਿਹਾ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਕੀ ਕੈਪਟਨ ਸਾਹਿਬ ਆਪਣਾ ਪੁਰਾਣੇ ਰਵੱਈਏ ਨੂੰ ਜਿਹੜਾ ਹੈ ਵਰਤਾਰੇ ਨੂੰ ਜਾਰੀ ਰੱਖਣਾ ਚਾਹੁੰਦੇ ਆ, ਪਰ ਲੋਕਾਂ ਦੀ ਨਬਜ਼ ਦੇਖਦੇ ਹੋਏ, ਸਮੇਂ ਦੀ ਨਬਜ਼ ਦੇਖਦੇ ਹੋਏ ਨਵੇਂ ਤਰੀਕੇ ਦੀ ਜਿਹੜੀ ਆਪਣੀ ਜਿਹੜੀ ਡਿਲੀਵਰੀ ਹੈਗੀ ਆ, ਕੰਮਾਂ ਦੀ ਡਿਲੀਵਰੀ ਵੀ ਦੇਣਾ ਚਾਹੁੰਦੇ ਆ। ਕੁਲਵੀਰ ਜੀ ਇੱਥੇ ਹਲੇ ਬਹੁਤ ਅਰਲੀ ਹੈ ਜੇ ਅਸੀਂ ਇਸ ਚੀਜ਼ ਨੂੰ ਕਹਿ ਦਈਏ ਕਿ ਜੇ ਉਹਨਾਂ ਨੇ ਆਪਣੇ ਜਿਹੜੇ 13 ਅਸਾਮੀਆਂ ਦਿੱਤੀਆਂ ਉਹ ਕਿਸ ਤਰ੍ਹਾਂ ਹੋ ਕੇ ਨਿਬੜਨਗੀਆਂ, ਕਿਉਂਕਿ ਅਸੀਂ ਐਨਾਲਾਈਜ਼ ਕਰ ਰਹੇ ਹਾਂ ਉਹਨਾਂ ਦੇ ਪਾਸਟ ਦੇ ਅਕੋਰਡਿੰਗ। ਬਟ ਜੇ ਅਸੀਂ ਦੇਖੀਏ ਕੈਪਟਨ ਸਾਹਿਬ ਦਾ ਇਸ ਵਾਰ ਦਾ ਜਿਹੜਾ ਵਰਤੀਰਾ ਹੈ ਹਰ ਇੱਕ ਮੁੱਦੇ ਨੂੰ, ਹਰ ਇੱਕ ਤੁਸੀਂ ਕਹ ਲਓ ਕਿ ਪ੍ਰੋਬਲਮ ਨੂੰ ਜਾਂ ਹਰ ਇੱਕ ਕੰਮ ਕਰਨ ਦੇ ਢੰਗ ਨੂੰ ਉਹ ਬੜਾ ਡਿਫਰੈਂਟ ਤਰੀਕੇ ਨਾਲ ਲੈ ਰਹੇ ਨੇ, ਔਰ ਸ਼ਾਇਦ ਇਹੀ ਐਕਸਪੈਕਟ ਕਰਦੇ ਨੇ ਕਿ ਬਾਕੀ ਜਿਹੜੇ ਮਿਨਿਸਟਰ ਉਹਨਾਂ ਦੇ ਉਹ ਵੀ ਉਸੇ ਟਰੈਕ ਦੇ ਉੱਪਰ ਚੱਲਣ। ਸੋ ਕਿਤੇ ਨਾ ਕਿਤੇ ਹਜੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਚਹਿਲ ਫੈਕਟਰ, ਭਰਤਿੰਦਰ ਸਿੰਘ ਚਾਲ ਫੈਕਟਰ ਜਿਹੜਾ 10 ਸਾਲ ਪਹਿਲਾਂ ਸੀਗਾ ਉਹ ਇਸ ਵਾਰੀ ਵੀ ਰਿਪੀਟ ਹੋਏ, ਇਸ ਚੀਜ਼ ਨੂੰ ਹਲੇ ਅੰਕਣਾ ਔਖਾ ਹੋ ਜਾਏਗਾ, ਕਿਉਂਕਿ ਹੋ ਸਕਦਾ ਹੈ ਉਸ ਚੀਜ਼ ਦਾ ਜਿਹੜਾ ਪੋਜ਼ਿਟਿਵ ਇੰਪੈਕਟ ਹੈ ਉਹ ਵੀ ਹੋ ਸਕੇ ਔਰ ਸ਼ਾਇਦ ਉਹ ਆਪਣੇ ਵਤੀਰੇ ਦੇ ਵਿੱਚ ਚੇਂਜ ਲੈ ਕੇ ਆਉਣ। ਜਿਵੇਂ ਕੈਪਟਨ ਸਾਹਿਬ ਨੇ ਬੜੀ ਇਮੀਡੀਏਟ ਇਫੈਕਟ ਦੇ ਵਿੱਚ ਕੁਝ ਚੀਜ਼ਾਂ ਕੀਤੀਆਂ, ਜਿਹਦੇ ਵਿੱਚ ਗੁਰਦਾਸਪੁਰ ਜੇਲ੍ਹ ਬ੍ਰੇਕ ਜਿਹੜੀ ਕਿ ਮੈਂ ਮੇਨ ਗਿਣਦਾ, ਕਿਉਂਕਿ ਪਹਿਲਾਂ ਵੀ ਜੇਲ੍ਹ ਬ੍ਰੇਕਸ ਹੋਈਆਂ, ਉਦੋਂ ਵੀ ਇਨਕੁਆਇਰੀਆਂ ਬੈਠੀਆਂ, ਉਦੋਂ ਵੀ ਪੈਨਲ ਬਣਾ ਦਿੱਤਾ ਜਾਂਦਾ ਸੀ ਜਿਹਦੇ ਵਿੱਚ ਕਿ ਉਹ ਚੈੱਕ ਕਰਦੇ ਸੀ ਕਿ ਕੀ ਹੋਇਆ ਕੀ ਨਹੀਂ ਹੋਇਆ। ਬਟ ਇਸ ਕੇਸ ਦੇ ਵਿੱਚ ਸਾਈਬਰ ਸੈੱਲ ਨੇ ਵੀ ਬੜੀ ਜਲਦੀ ਇੱਕ ਰਿਪੋਰਟ ਦਿੱਤੀ ਹੈ ਜਿਹਦੇ ਵਿੱਚ ਸਾਰਾ ਕੁਝ ਕਲੀਅਰ ਕਰਤਾ ਉਹਨਾਂ ਨੇ ਕਿ ਕਿਤੇ ਨਾ ਕਿਤੇ ਗੈਂਗਸਟਰਸ ਦੇ ਕੋਲ ਅੰਦਰ ਜੇਲ੍ਹ ਦੇ ਵਿੱਚ ਇਕਵਿਪਮੈਂਟਸ ਹੈਗੇ ਨੇ ਜਿਹਦੇ ਨਾਲ ਕਿ ਉਹ ਆਪਣੇ ਜਿਹੜੇ ਪ੍ਰੋਫਾਈਲਸ ਨੇ ਜਾਂ ਆਪਣੇ ਜਿਹੜੇ ਫੇਸਬੁੱਕ ਪੇजेस ਨੇ ਉਹਨੂੰ ਅਪਡੇਟ ਕਰਦੇ ਨੇ। ਤਾਂ ਕਿਤੇ ਨਾ ਕਿਤੇ ਇਮੀਡੀਏਟ ਐਕਸ਼ਨ ਜ਼ਰੂਰ ਹੋਇਆ, ਬਟ ਇਹਦਾ ਕੀ ਰਿਜ਼ਲਟ ਹੁੰਦਾ ਉਹ ਆਉਣ ਵਾਲਾ ਟਾਈਮ ਸਾਨੂੰ ਸ਼ਾਇਦ ਦੱਸ ਦੇਗਾ। ਔਰ ਬਿਲਕੁਲ ਕੈਪਟਨ ਸਾਹਿਬ ਇਸ ਵਾਰ ਲੋਕਾਂ ਦੇ ਨੇੜੇ ਹੋ ਕੇ ਵਿਚਰਨਾ ਜ਼ਿਆਦਾ ਪਸੰਦ ਕਰਦੇ ਆ, ਕਿਉਂਕਿ ਲੋਕਾਂ ਨੇ ਜਿਤਾਇਆ ਵੀ ਇਸੇ ਕਰਕੇ ਹੈ। 10 ਸਾਲ ਦੀ ਐਂਟੀ ਇਨਕੰਬੈਂਸੀ ਜਿਸ ਲੋਕ ਜਿਹੜੀ ਭੁਗਤ ਰਹੇ ਸੀ ਉਸ ਚੀਜ਼ ਨੂੰ ਚੇਂਜ ਦੇ ਰੂਪ ਦੇ ਵਿੱਚ ਆਮ ਆਦਮੀ ਨਾਲੋਂ ਕਾਂਗਰਸ ਤੇ ਜ਼ਿਆਦਾ ਜਿਹੜਾ ਵਿਸ਼ਵਾਸ ਲੋਕਾਂ ਨੇ ਦਿਖਾਇਆ, ਔਰ ਕੈਪਟਨ ਸਾਹਿਬ ਵੀ ਇਸ ਚੀਜ਼ ਨੂੰ ਸਮਝ ਚੁੱਕੇ ਨੇ ਕਿ ਜੇ ਇਸ ਵਾਰ ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਗਈ, ਲੋਕਾਂ ਦੇ ਜਿਹੜੀ ਪ੍ਰੋਬਲਮਸ ਆ ਉਹਨਾਂ ਨੂੰ ਹੱਲ ਨਾ ਕੀਤਾ ਗਿਆ, ਤਾਂ ਸ਼ਾਇਦ ਲੋਕੀ ਫੇਰ ਜਿਹੜਾ ਆਪਣਾ ਡਿਸੀਜਨ ਉਹਨਾਂ ਦੇ ਉਲਟ ਦੇ ਦੇਣ। तो कितना कितने कैप्टन साहब की इस बार जो मैनू पर्सनल लगता है यही प्रवृत्ति रहेगी कि हर एक प्रॉब्लम ਨੂੰ हर एक मुश्किल ਨੂੰ बहुत नेड़े होकर नजिठिया जाए, और अपने मिनिस्टर्स ਨੂੰ भी शायद उन्होंने पहले दिन यही डायरेक्शन ਦਿੱਤੀਆਂ ਸੀ। और जिवें कि उन्होंने मिनिस्टर
ਵਿੱਚ ਮਨਪ੍ਰੀਤ ਬਾਦਲ ਵਰਗੇ ਚਿਹਰੇ ਨੇ ਔਰ ਮੈਨੂੰ ਨਹੀਂ ਲੱਗਦਾ ਇਸ ਵਾਰ ਉਹਨਾਂ ਦੀ ਕਿਸੇ ਵੀ ਗੱਲ ਤੇ ਕੋਈ ਕੰਟਰਡਿਕਸ਼ਨ ਹੋਏਗੀ ਆਪਸ ਦੇ ਵਿੱਚ ਬੜੇ ਵਧੀਆ ਸੁਚੇਰੂ ਢੰਗ ਨਾਲ ਹੋ ਕੇ ਉਸ ਨੂੰ ਨਿਬੜਨਗੇ ਔਰ ਇੱਥੇ ਇਹ ਪ੍ਰਵਿਰਤੀ ਨਾ ਅਸੀਂ ਭੁੱਲੀਏ ਕਿ ਜਿਹੜੇ 13 ਬੰਦੇ ਉਹਨਾਂ ਨੇ ਲਾਏ ਨੇ ਉਹ ਪਾਸ ਦੇ ਹਿਸਾਬ ਨਾਲ ਹੀ ਚੱਲਣਗੇ ਮੈਨੂੰ ਨਹੀਂ ਲੱਗਦਾ ਮੈਨੂੰ ਥੋੜੀ ਉਮੀਦ ਇਹ ਵੀ ਦਿਖ ਰਹੀ ਹੈ ਕਿ ਉਹਨਾਂ ਦੇ ਵਜ਼ੀਰਾਂ ਦੇ ਵਿੱਚ ਚੇਂਜ ਆਏਗੀ ਕਿਉਂਕਿ ਕੈਪਟਨ ਸਾਹਿਬ ਜਿਸ ਤਰ੍ਹਾਂ ਚੱਲ ਰਹੇ ਨੇ ਸ਼ਾਇਦ ਉਹ ਵੀ ਚਾਹਣਗੇ ਕਿ ਮੇਰੇ ਜਿਹੜਾ ਪਿੱਛੇ ਪੂਰੀ ਟੀਮ ਹੈ ਉਹ ਵੀ ਮੇਰੇ ਉਸੇ ਹਿਸਾਬ ਨਾਲ ਚੱਲੇ ਸੋ ਲੈਟਸ ਹੋਪ ਫॉर द ਬੈਸਟ ਜੇ ਪੰਜਾਬ ਦੀ ਗੱਲ ਕਰਨਗੇ ਤਾਂ ਸ਼ਾਇਦ 10 ਸਾਲ ਇਹਨਾਂ ਵਾਸਤੇ ਕਿਤੇ ਨਹੀਂ ਗਏ ਪਰਮਜੀਤ ਜੀ ਕੈਪਟਨ ਸਾਹਿਬ ਆਪਣਾ ਰਵਾਇਤੀ ਤਰੀਕਾ ਤੇ ਇੱਕ ਨਵਾਂ ਤਰੀਕਾ ਉਹਨਾਂ ਦਾ ਇਸ ਵਾਰੀ ਦਿਖ ਰਿਹਾ ਦੋਨਾਂ ਨੂੰ ਨਾਲ ਲੈ ਕੇ ਚੱਲ ਰਿਹਾ ਦੂਸਰਾ ਤਰੀਕਾ ਮੈਨੂੰ ਇਦਾਂ ਲੱਗ ਰਿਹਾ ਕਿ ਉਹਨਾਂ ਦੀ ਮਜਬੂਰੀ ਹੈ ਇਸ ਵੇਲੇ ਬਿਲਕੁਲ ਕੁਲਵੀਰ ਜੀ ਇਸ ਤਰ੍ਹਾਂ ਹੈਗਾ ਜਦੋਂ ਚੋਣ ਪ੍ਰਚਾਰ ਦਾ ਵੇਲਾ ਸੀ ਤਾਂ ਜਿਸ ਵੇਲੇ ਟਿਕਟਾਂ ਦੇ ਚਾਹਵਾਨਾਂ ਦੀ ਗੱਲ ਹੋ ਰਹੀ ਸੀ ਜਦੋਂ ਬਹੁਤ ਸਾਰੇ ਲੋਕ ਲਾਈਨ 'ਚ ਲੱਗੇ ਸੀ ਹਰ ਹਲਕੇ ਤੋਂ ਟਿਕਟਾਂ ਲੈਣ ਵਾਸਤੇ ਕਾਂਗਰਸ ਪਾਰਟੀ ਦੀ ਮੈਂ ਗੱਲ ਕਰ ਰਿਹਾ ਤਾਂ ਕੈਪਟਨ ਸਾਹਿਬ ਦਾ ਇੱਕ ਬਿਆਨ ਆਇਆ ਸੀ ਕਿ ਜਿੱਥੇ ਜਿਹੜੇ ਟਿਕਟਾਂ ਲੈਣ ਦੇ ਚਾਹਵਾਨ ਨੇ ਅਗਰ ਉਹਨਾਂ ਨੂੰ ਟਿਕਟ ਅਸੀਂ ਨਹੀਂ ਦੇ ਸਕਦੇ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਅਸੀਂ ਉਹਨਾਂ ਨੂੰ ਸੀਨੀਅਰਟੀ ਦੇ ਹਿਸਾਬ ਨਾਲ ਚੇਅਰਮੈਨ ਹੀ ਦੇ ਦਾਂਗੇ ਕੋਈ ਨਾ ਕੋਈ ਵੀ ਸਾਡੇ ਕੋਲ ਲਿਸਟ ਹੈਗੀ ਹੈ ਸਾਰੀ ਹੁਣ ਆ ਕੇ ਇਹ ਚੀਜ਼ ਜਦੋਂ ਕੈਪਟਨ ਸਾਹਿਬ ਨੂੰ ਕੈਪਟਨ ਗਵਰਨਮੈਂਟ ਨੂੰ ਇੰਨਾ ਵੱਡਾ ਮੈਂਡੇਟ ਮਿਲ ਗਿਆ ਤਾਂ ਉਹ ਉਹਨਾਂ ਦੇ ਗਲੇ ਦੀ ਹੱਡੀ ਪੜ ਗਿਆ ਕਿ ਮੈਂ ਜੋ ਚੀਜ਼ ਨੋਟ ਕਰ ਪਾ ਰਿਹਾ ਮੇਰੀ ਥੋੜੇ ਦਿਨ ਪਹਿਲਾਂ ਹੀ ਇੱਥੇ ਕਿਸੇ ਮੁਹਾਲੀ ਦੇ ਕਿਸੇ ਬਹੁਤ ਸੀਨੀਅਰ ਕਾਂਗਰਸੀ ਲੀਡਰ ਨਾਲ ਗੱਲ ਹੋ ਰਹੀ ਸੀ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਵਾਸਤੇ ਸੰਘਰਸ਼ ਦਾ ਸਮਾਂ ਹਾਲੇ ਵੀ 3-4 ਮਹੀਨੇ ਹੋਰ ਹੈਗਾ ਕਾਰਨ ਪੁੱਛਣ ਤੇ ਉਹਨਾਂ ਨੇ ਦੱਸਿਆ ਸੀ ਕਿ ਕਾਰਨ ਇਹ ਹੈ ਕਿ ਅਸੀਂ ਤਾਂ ਮਿਹਨਤ ਕਰਦੇ ਰਹੇ ਅਸੀਂ ਇੱਥੇ ਤੱਕ ਪਹੁੰਚੇ ਅਸੀਂ ਆਹ ਕੀਤਾ ਉਹ ਕੀਤਾ ਹੁਣ ਜਦੋਂ ਮਲਾਈ ਖਾਣ ਦਾ ਟਾਈਮ ਸੀ ਤਾਂ ਉੱਪਰੋਂ ਆ ਕੇ ਹੋਰ ਬੰਦੇ ਆ ਕੇ ਸਾਡੇ ਉੱਪਰ ਬੈਠ ਗਏ ਸ਼ਾਇਦ ਉਹਨਾਂ ਦਾ ਮਤਲਬ ਕੈਪਟਨ ਸਾਹਿਬ ਦੀ ਟੀਮ ਜਿਹੜੀ ਉਹਨਾਂ ਨੇ ਇੱਕ ਆਪਣੇ ਦੁਆਲੇ ਦਾਇਰਾ ਬਣਾਇਆ ਉਹਦੇ ਨਾਲ ਸੀਗਾ ਸਿੱਧੂ ਦਾ ਵੀ ਵਿਰੋਧ ਹੈ ਬਿਲਕੁਲ 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 ਅੰਦਰ ਖਾਤੇ ਕਾਂਗਰਸ ਦੇ ਵਿੱਚ ਅੰਦਰ ਖਾਤੇ ਹੌਲੀ ਹੌਲੀ ਇਹਦਾ ਵਿਰੋਧ ਹੋਣਾ ਸ਼ੁਰੂ ਹੋ ਜਾਏਗਾ ਪਰ ਆਪਾਂ ਨੂੰ ਵਿਰੋਧ ਆਉਣ ਵਾਲੇ 1-2 ਸਾਲਾਂ 'ਚ ਨਹੀਂ ਦਿਖੇਗਾ ਸ਼ਾਇਦ ਉਸ ਤੋਂ ਬਾਅਦ ਦਿਖਣਾ ਸ਼ੁਰੂ ਹੋਏਗਾ ਜਿਹੜਾ ਇੱਕ ਸਬਰ ਦਾ ਜਿਹੜਾ ਪਿਆਲਾ ਉਹ ਹੌਲੀ ਹੌਲੀ ਲੋਕਾਂ ਦੇ ਵਿੱਚ ਭਰਨਾ ਸ਼ੁਰੂ ਹੋਏਗਾ ਖਾਸ ਕਰ ਜਿਹੜੇ ਕਾਂਗਰਸ ਦੇ ਜਿਹੜੇ ਉਹ ਲੋਕ ਜਿਹੜੇ ਕਿਸੇ ਨਾ ਕਿਸੇ ਅਹੁਦੇਦਾਰੀ ਦੀ ਉਮੀਦ ਦੇ ਵਿੱਚ ਬੈਠੇ ਆ ਜਿੰਨਾ ਮੈਂ ਸਮਝ ਪਾ ਰਿਹਾ ਕੈਪਟਨ ਗਵਰਨਮੈਂਟ ਨੂੰ ਕਿ ਉਹ ਜਿਹੜੇ ਐਮਐਲਏਜ਼ ਔਰ ਮਿਨਿਸਟਰ ਦਾ ਫਰਕ ਜਿਹੜਾ ਉਹਨੂੰ ਇੱਕ ਮੇਨਟੇਨ ਕਰਕੇ ਰੱਖਣਗੇ ਐਮਐਲਏਜ਼ ਨੂੰ ਨੋ ਡਾਊਟ ਉਹ ਜ਼ਿਆਦਾ ਪਾਵਰਫੁਲ ਕਰ ਦੇਣਗੇ ਮਿਨਿਸਟਰ ਨੂੰ ਹੋਰ ਜ਼ਿਆਦਾ ਪਾਵਰਫੁਲ ਕਰ ਦੇਣਗੇ ਪਰ ਅਗਰ ਉਹ ਪਾਰਲੀਮਾਨੀ ਸਕੱਤਰਾਂ ਵਾਲੀ ਜਿਹੜੀ ਗੱਲ ਉਹਨਾਂ ਦੀ ਨਹੀਂ ਸਿਰੇ ਚੜ੍ਹਦੀ ਕਿਸੇ ਕਾਰਨ ਕਰਕੇ ਜਾਂ ਕਿਸੇ ਜੁਡੀਸ਼ੀਅਲ ਰੀਜ਼ਨ ਕਰਕੇ ਤਾਂ ਉਹ ਐਮਐਲਏਜ਼ ਨੂੰ ਹੀ ਚੇਅਰਮੈਨੀਆਂ ਦੇ ਦੇਣਗੇ ਔਰ ਜਿਹੜੇ ਟਿਕਟਾਂ ਲੈਣ ਦੇ ਚਾਹਵਾਨ ਸੀ ਉਹਨਾਂ ਨੂੰ ਫਿਲਹਾਲ ਸਬਰ ਹੀ ਕਰਨਾ ਪਏਗਾ ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀ ਜੀ ਗੁਰਦਾਸਪੁਰ ਜੇਲ੍ਹ ਬ੍ਰੇਕ ਕਾਂਡ ਜਿਹੜਾ ਹੈਗਾ ਅਗਰ ਉਹ ਜੇਲ੍ਹ ਵਾਕਈ ਬ੍ਰੇਕ ਹੋ ਜਾਂਦੀ ਇਸ ਵਾਰੀ ਤਾਂ ਇਹ ਕੈਪਟਨ ਗਵਰਨਮੈਂਟ ਦੇ ਉੱਪਰ ਬਹੁਤ ਵੱਡਾ ਕੁਐਸਚਨ ਮਾਰਕ ਲੱਗ ਜਾਣਾ ਜਿਹਨੂੰ ਕਿ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਕੈਪਟਨ ਗਵਰਨਮੈਂਟ ਨੇ ਇਸ ਚੀਜ਼ ਨੂੰ ਬੜਾ ਸੀਰੀਅਸਲੀ ਲਿਆ ਔਰ ਇਹ ਉਹਨਾਂ ਦਾ ਬਚਾਅ ਹੋ ਗਿਆ ਜਿਸ ਤਰ੍ਹਾਂ ਦਾ ਜੇਲ੍ਹ ਦੀ ਦੀਵਾਰ ਟੁੱਟੀ ਹੈ ਉਹ ਦੀਵਾਰ ਤੋੜੀ ਜ਼ਰੂਰ ਗਈ ਹੈ ਪਰ ਉਸ ਦੀਵਾਰ ਤੋੜਨ ਦਾ ਜੋ ਮਕਸਦ ਸੀ ਉਹ ਹੱਲ ਨਹੀਂ ਹੋ ਸਕਿਆ ਕੈਪਟਨ ਗਵਰਨਮੈਂਟ ਇਸ ਮਾਮਲੇ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਆਪਣੇ ਆਪ ਨੂੰ ਸੇਫ ਰੱਖਣ ਦੇ ਵਿੱਚ ਕਾਮਯਾਬ ਹੋਈ ਹੈ ਇਸ ਤੋਂ ਇਲਾਵਾ ਤੁਸੀਂ ਜਿਹੜਾ ਇਸ਼ੂ ਇੱਕ ਰੇਜ਼ ਕੀਤਾ ਸੀ ਜੀ ਆਰਬਿਟ ਬੱਸਾਂ ਵਾਲਾ ਜਾਂ ਜਿਹੜੇ ਟਰਾਂਸਪੋਰਟ ਨੀਤੀ ਦਾ ਕੈਪਟਨ ਸਾਹਿਬ ਦਾ ਇੱਕ ਸਟੇਟਮੈਂਟ ਆਈ ਹੈ ਸਟੇਟਮੈਂਟ ਵੀ ਨਹੀਂ ਹੈ ਬੇਸਿਕਲੀ ਸਟੇਟਮੈਂਟ ਦੇਣ ਵਾਸਤੇ ਉਹਨਾਂ ਨੇ ਆਪਣੇ ਆਸ-ਪਾਸ ਜਿਹੜੀ ਟੀਮ ਬਣਾ ਲਈ ਹੈ ਹੁਣ ਸਟੇਟਮੈਂਟਾਂ ਉਹੀ ਦੇਗੀ ਭਾਵੇਂ ਰਵੀਨ ਠਕਰਾਲ ਹੋਣ ਭਾਵੇਂ ਵਿਮਨ ਚੰਬੂਲੀ ਸਾਹਿਬ ਹੋਣ ਇਹੀ ਲੋਕ ਦੇ ਹੁਣ ਜਿਹੜੇ ਕੈਪਟਨ ਸਾਹਿਬ ਦੇ ਬਿਆਨ ਤੇ ਸਟੇਟਮੈਂਟ ਦੇਣਗੇ ਕੈਪਟਨ ਸਾਹਿਬ ਜਿਹੜੇ ਐਕਸ਼ਨ ਵਾਲੇ ਪਾਸੇ ਇਸ ਟਾਈਮ ਤੁਰੇ ਹੋਏ ਨੇ ਔਰ ਐਕਸ਼ਨ ਕੀ ਹੋਇਆ ਕਿ ਜਿੰਨੀਆਂ ਪੰਜਾਬ ਦੇ ਵਿੱਚ ਜਿਹੜੀਆਂ ਬੱਸਿਸ ਹੈਗੀਆਂ ਉਹਨਾਂ ਸਾਰਿਆਂ ਦੇ ਪਰਮਿਟ ਰਿਵਿਊ ਕੀਤੇ ਜਾਣ ਈਵਨ ਕਿ ਸੁਖਬੀਰ ਬਾਦਲ ਦੀ ਜਿਹੜੀ ਆਰਬਿਟ ਬੱਸਿਸ ਹੈਗੀਆਂ ਉਹਨਾਂ ਦੇ ਪਰਮਿਟ ਵੀ ਰਿਵਿਊ ਕੀਤੇ ਜਾ ਰਹੇ ਨੇ ਇਹਦੇ ਨਾਲ ਕੈਪਟਨ ਸਾਹਿਬ ਨੇ ਟਰਾਂਸਪੋਰਟ ਡਿਪਾਰਟਮੈਂਟ ਨੂੰ ਸਟ੍ਰਿਕਟ ਇੰਸਟਰਕਸ਼ਨ ਦੇ ਦਿੱਤੀਆਂ ਨੇ ਕਿ ਮੈਨੂੰ ਇਸ ਚੀਜ਼ ਦੀ ਪ੍ਰਪੋਜ਼ਲ ਬਣਾ ਕੇ ਭੇਜੀ ਜਾਵੇ ਕਿ ਜਿਹੜੇ ਪਬਲਿਕ ਟਰਾਂਸਪੋਰਟ ਹੈਗੀ ਬੱਸਿਸ ਔਰ ਟਰੱਕਸ ਖਾਸ ਕਰਕੇ ਉਹਨਾਂ ਦੇ ਵਿੱਚ ਸਪੀਡ ਗਵਰਨੈਂਸ ਲਗਾਉਣ ਦੀ ਪੋਸੀਬਿਲਿਟੀ ਕਿੰਨੀ ਜ਼ਿਆਦਾ ਹੈਗੀ ਹੈ ਔਰ ਕਿੰਨੇ ਟਾਈਮ ਫਰੇਮ ਦੇ ਵਿੱਚ ਅਸੀਂ ਸਾਰੇ ਹੀ ਪੰਜਾਬ ਦੇ ਵਿੱਚ ਜਿਹੜੀਆਂ ਬੱਸਿਸ ਖਾਸ ਕਰਕੇ ਜਿਹੜੀਆਂ ਪ੍ਰਾਈਵੇਟ ਬੱਸਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਸਪੀਡ ਨਾਲ ਚੱਲਦੀਆਂ ਨੇ ਉਹਨਾਂ ਦੇ ਉੱਪਰ ਅਸੀਂ ਸਪੀਡ ਗਵਰਨਰ ਲਗਾਈਏ ਔਰ ਉਸ ਤੋਂ ਬਾਅਦ ਟਰੱਕਾਂ ਦੇ ਉੱਪਰ ਅਸੀਂ ਸਪੀਡ ਗਵਰਨਰ ਲਗਾਈਏ ਮੈਨੂੰ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਕੈਪਟਨ ਸਾਹਿਬ ਨੂੰ ਅਸਲ ਮੁੱਦਿਆਂ ਦਾ ਵੀ ਪਤਾ ਹੈਗਾ ਇਸ ਤੋਂ ਇਲਾਵਾ ਇੱਕ ਮੈਂ ਆਪਣੀ ਗੱਲ ਖਤਮ ਕਰਨ ਲੱਗਿਆ ਇੱਕ ਚੀਜ਼ ਇਹ ਕਹੂੰਗਾ ਕਿ ਦੇਖਣਾ ਇਹ ਹੋਏਗਾ ਕਿ ਕੈਪਟਨ ਸਾਹਿਬ ਜਿਹੜੇ ਨੇ ਉਹ ਮੁੱਦਿਆਂ ਦਾ ਪਤਾ ਲਗਾਉਣ ਵਾਸਤੇ ਆਪਣੀ ਟੀਮ ਦੇ ਉੱਪਰ ਡਿਪੈਂਡ ਰਹਿੰਦੇ ਨੇ ਜਾਂ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਨੇ ਜਾਂ ਆਮ ਆਦਮੀ ਪਾਰਟੀ ਜੋ ਜਿੱਧਰ ਨੂੰ ਉਹਨਾਂ ਨੂੰ ਤੋੜ ਦੇਗੀ ਉਸ ਪਾਸੇ ਵੱਲ ਤੋੜਦੇ ਨੇ ਐਸ ਫਾਰ ਐਜ਼ ਅਕਾਲੀ ਦਲ ਪਾਰਟੀ ਕੰਸਰਨ ਅਕਾਲੀ ਦਲ ਮੈਨੂੰ ਲੱਗਦਾ ਕਿ ਹਾਲੇ ਤੱਕ ਹਾਰ ਦੇ ਸਦਮੇ ਤੋਂ ਉੱਪਰ ਨਹੀਂ ਪਾਇਆ ਇਸੇ ਕਰਕੇ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਪਹਿਲੇ ਦਿਨ ਵਿਧਾਨ ਸਭਾ ਸੈਸ਼ਨ ਦੇ ਵਿੱਚ ਨਹੀਂ ਹੈ ਆਸ ਅੱਜ ਵੀ ਘੱਟ ਹੈ ਕਿ ਅੱਜ ਕਿਉਂਕਿ ਅੱਜ ਸੋਮਵਾਰ ਇੱਥੇ ਹੋ ਗਿਆ ਤੇ ਇੱਥੇ ਅੱਜ ਵਿਧਾਨ ਸਭਾ ਦਾ ਸੈਸ਼ਨ ਅੱਜ ਵੀ ਆਸ ਇਸ ਗੱਲ ਦੀ ਘੱਟ ਹੈ ਕਿ ਇਹਨਾਂ ਦੋਨਾਂ ਬਾਦਲਾਂ ਦੇ ਵਿੱਚੋਂ ਕੋਈ ਨਾ ਕੋਈ ਅਸੈਂਬਲੀ ਦੇ ਵਿੱਚ ਨਜ਼ਰ ਆਏ ਜੀ ਸ਼ਬਦੀਪ ਜੀ ਮੇਰੇ ਨਾਲ ਫੋਨ ਲਾਈਨ ਤੇ ਬਣੇ ਹੋਏ ਨੇ ਸ਼ਬਦੀਪ ਜੀ ਕੈਪਟਨ ਸਾਹਿਬ ਦਾ ਰਾਜਿਆਂ ਵਾਲਾ ਰਵੱਈਆ ਵੀ ਉਹੀ ਆ ਪਰ ਇੱਕ ਨਵਾਂ ਉਹਨਾਂ ਨੇ ਰਵੱਈਆ ਅਪਣਾ ਲਿਆ ਕਿ ਜਿਹੜਾ ਵੀ ਇਸ਼ੂ ਉੱਠਦਾ ਉਹਨੂੰ ਉਸੇ ਵੇਲੇ ਐਡਰੈਸ ਕਰਕੇ ਉਸੇ ਵੇਲੇ ਜਿਹੜਾ ਹੈ ਸਰਕਾਰੀ ਅਮਲਾ ਜਿਹੜਾ ਹੈ ਉਹਦੇ ਕੰਮ ਤੇ ਲਗਾ ਦਿੱਤਾ ਜਾਵੇ ਆਪਾਂ
ट्रांसपोर्ट नीति की भी वो गल की है, आप ट्रांसपोर्ट के उपर एक्शन की गल भी की है उन्होंने कि जिहड़ियां घटनावां हुई उहदे उपर उन्होंने एक्शन लैण की गल की है। आप दूसरे पासे कही कि हाई कोर्ट के ऑर्डर मुताबक पंजाब दे विच करीब 7200 के करीब जिहड़े रूट सीगे वो परमिट सी उन्होंने जिहड़ा उन्होंने रिव्यू करना सी, उन्होंने कैंसल करना सी, पर कैप्टन सरकार वालों जिहड़ा है करीब 9200 तो ज़्यादा 9251 के करीब जिहड़े रूट परमिट हैगे ने उन्होंने जिहड़ा है रिव्यू किया जा रहा। उन्होंने बेसिकली आप जी कहिए कि इन्हों 9251 बसां जिहड़ियां हैगियां पंजाब दे विच उन्होंने सड़कों तो हटा दिता जाऊगा एक बार ते, और जिहड़ा दोबारा जिहड़े परमिट जिहड़े हैगे वो इशू किए जाएंगे। उहदे विच सरकार का कहना है कि बहुत सारियां बसां जिहड़ियां हैगियां ने वो इलीगल चलदियां ने, बहुत सारे रूट परमिट जिहड़े हैगे ने वो जिहड़े हैगे ने वो बैनीफिट लैण वास्ते जिहड़े हैगे सरकारी बसां नूं जां सरकार दीयां अंडरटेकिंग बसां नूं जिहड़ियां उन्हां तों हटा के उत्थे जिहड़ियां पिछले श्रोमणी अकाली दल वालों जिहड़े अपने लोकां नूं जिहड़े परमिट दित्ते गए सी उन्हां नूं खत्म किया जाऊगा। 2000 मिनी बसां जिहड़ियां हैगियां उन्हां दे रूट परमिट जिहड़े हैगे उन्हां नूं कैंसल करके दोबारा दिते जाणगे। एक बहुत वड्डी प्रक्रिया जिहड़ी हैगी आ नवीं जे आपां कहिए पब्लिक ट्रांसपोर्ट नूं लैके पब्लिक दी जिहड़ी सहूलत हैगी उहनूं लैके करन जा रहे हैं। 6 महीने का समा उन्होंने कहा कि 6 महीने तक ये बसां नूं सड़कों तो हटाया नहीं जाएगा ताकि लोगों को जिहड़ी तकलीफ ना होवे। पर 6 महीनों बाद जिहड़ियां शोर शॉट जिहड़ियां सारियां बसां जिहदे विच बहुत सारे कांग्रेसी लीडर भी हैगे ने जिन्हां दियां मेरा ख्याल सैकड़े बसां इहदे विच जिहड़ियां 9000 जिहड़ी कैंसल होणगे परमिट उन्हां दे विच आउंदियां ने। की लगदा तुहानूं कि ये सिर्फ तो सिर्फ श्रोमणी अकाली दल ते सुखबीर बादल दे लोक वर्गे लोकां दियां बसां नूं सड़कों तो हटाउण वास्ते एक उपराला होवेगा, जां कैप्टन साहब वाकई ही पंजाब दियां जिहड़ियां सरकारी बसां हैगियां जां अंडरटेकिंग गवर्नमेंट बसां हैगियां उन्हां नूं जिहड़ा है वो प्रॉफिट वाले उहदे च लियाउणा चाहुंदे ने? आपां जे अगर मनप्रीत बादल की गल करते हुंदा तो मैं मन सकदा सी कि मनप्रीत वाकई ही ये चाहुंदे होणगे कि जो सरकारी महकमा है वो प्रॉफिट दे विच आवे और जिहड़ियां प्राइवेट बसां हैगियां वो सिर्फ ते सिर्फ उही चलन जिन्हां दे कोल जैनुअन परमिट हैगे आ। कुलबीर जी काफ़ी सारिया गल्लां हो गई ने, मैं उन्होंने गल्लां नूं दोहराउंदा नहीं। मैं जिहड़ियां गल्लां कीतियां सी कि चोणां तो पहलां की जो सिचुएशन सी ये कैप्टन नूं फेस कर रहा है, जित बहुत वड्डी मिल गई उन्होंने गल्लां नूं काफ़ी हद तक एक तरह नाल दोबारा प्रभ ने भी रिपीट ही कर दिता। इस करके मैं उस सिलसिले दे विच तां बिल्कुल नहीं जावांगा। दूजी गल जिहड़ी जेल ब्रेक नाल संबंधित सी मैं अपनी गल उस तो शुरू करनी चाहांगा। जेल ब्रेक जिहड़ी वो रुक गई ये अपने आप दे विच जेल प्रशासन लई पंजाब दी सरकार लई एक शुभ शगन हो सकदा, क्योंकि ये वापर जाण नाल जो हालात पैदा होने सन ਉਹਦਾ जवाब देना काफ़ी औखा हो जाना सी। पर इस जेल ब्रेक नूं ਜਿਹੜੀ जेल ब्रेक नाभे वाली हुई है ਉਹਦੇ ਨਾਲ जोड़ के देखने की बजाय थोड़ा अलग तरीके ਨਾਲ देखना चाहिए। ਜਦੋਂ इस जेल ब्रेक की खोज पड़ताल होगी, ਜਦੋਂ इस जेल ब्रेक के उत्ते सरकारी पद्धर के उत्ते कोई समीक्षा होगी तो उस नुकते नूं जरूर ध्यान दे विच रखिया जाना चाहिए। जिहड़ा नुकता बहुत वड्डी पद्धर ते नहीं पर और संकेतां की शक्ल दे विच सामने। शबदीत जी मेरा ख्याल है शबदीत जी की लाइन जी हैगी वो डिसकनैक्ट हो गई। मैं टैक्नीकल टीम को कहांगा कि शबदीत जी दोबारा नाल लैण। बिल्कुल जी, बाकी पंजाब दे विच जिहड़े अहम जिहड़े फैसले कैप्टन साहब वालों लै गए ने, बहुत सारे जिहड़े मुद्दे हैगे ने वो लगातार उन्हां वालों जिहड़े हैगे वो एड्रैस किए जा रहे हैं। लगातार उन्हां वालों जिहड़ी भी कोई गल उठदी है, चाहे विरोधी धुर वालों उठती हो, चाहे वो जिहड़ी हैगी उन्हां दे मैनीफेस्टो दे विच होवे, कैप्टन साहब की कोशिश आ कि उन्होंने जल्दी तो जल्दी एड्रैस कर लिया जाए ताकि जिहड़ी विरोधी धिर एक कहावा बनाने की कोशिश कर रही है कैप्टन सरकार के खिलाफ वो ना बन सके। शबदीत जी दोबारा मेरे नाल जुड़ चुके हैं। हाँ जी, अपनी गल कंप्लीट करो जी शबदीत जी। हाँ जी परम जी, तुसीं अपनी गल कंटिन्यू कर सकते हो जी। कुलवीर जी, मैं अपने दर्शकों को दसना चाहूँगा कि पंजाब दे विच जिस वेले सुखबीर बादल की गवर्नमेंट रही है तो ऑर्बिट दी बसां दे एक परमिट के उपर 10-10 बसां जिहड़ियां चलदियां सीगीआं। ये चीज़ शायद साडे बहुत सारे दर्शकों को नहीं पता कि उन्हां बसां नूं हुण अकाली दल वालों या सुखबीर बादल वालों या ऑर्बिट की मैनेजमेंट वालों अगे फर्दर ठेके दे दिता गया, सालाना ठेके दे दिता गया कि उन्होंने उक्का पुक्का पैसा उन्होंने तो लै लिया और उन्होंने जिम्मेवारी है कि बसां किवें चलाण। इस तो इलावा
ਚੰਡੀਗੜ੍ਹ ਬੱਸ ਸਟੈਂਡ ਦੇ ਵਿੱਚ ਚੰਡੀਗੜ੍ਹ ਦੇ ਯੂਨੀਅਨ ਟੈਰੀਟਰੀ ਦੇ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਪੰਜਾਬ ਦੀ ਕੋਈ ਵੀ ਪ੍ਰਾਈਵੇਟ ਬੱਸ ਕਦੇ ਵੀ ਯੂਟੀ ਐਡਮਿਨਿਸਟ੍ਰੇਸ਼ਨ ਨੇ ਅਲਾਉ ਨਹੀਂ ਕੀਤੀ, ਪਰ ਸਿਰਫ ਔਰਬਿਟ ਦੀਆਂ ਡੱਬ ਵਾਲੀ ਟਰਾਂਸਪੋਰਟ ਦੀਆਂ ਬੱਸਿਸ ਐਸੀਆਂ ਸੀ, ਇੰਡੋ ਕੈਨੇਡੀਅਨ ਦੀਆਂ ਬੱਸਾਂ ਐਸੀਆਂ ਸੀ ਜਿਹੜੀਆਂ ਅਕਾਲੀ ਦਲ ਨਾਲ ਜਾਂ ਸੁਖਬੀਰ ਬਾਦਲ ਨਾਲ ਸੰਬੰਧ ਰੱਖਦੀਆਂ ਸੀ, ਜਿਨ੍ਹਾਂ ਨੂੰ ਕਿ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦੀ ਪਰਮਿਸ਼ਨ ਸੀ, ਉੱਥੇ ਬੱਸ ਸਟੈਂਡ ਤੇ ਜਾਣ ਦੀ ਪਰਮਿਸ਼ਨ ਸੀ, ਬਕਾਇਦਾ ਬੱਸ ਸਟੈਂਡ ਤੇ ਕਾਊਂਟਰ ਅਲਾਟ ਕੀਤਾ ਗਿਆ ਸੀ। ਕਿਤੇ ਨਾ ਕਿਤੇ ਇਹ ਚੀਜ਼ ਨੂੰ ਲੈ ਕੇ ਬਾਕੀ ਦੇ ਜਿਹੜੇ ਪ੍ਰਾਈਵੇਟ ਬੱਸ ਆਪਰੇਟਰ ਸੀ ਉਹਨਾਂ ਨੇ ਆਲਵੇਜ਼ ਆਬਜੈਕਸ਼ਨ ਰੇਜ਼ ਕੀਤਾ, ਜਿਹਨੂੰ ਕਿ ਅਕਾਲੀ ਦਲ ਨੇ ਜਾਂ ਸੁਖਬੀਰ ਬਾਦਲ ਨੇ ਬੜੀ ਦਮਨ ਦੀ ਨੀਤੀ ਨਾਲ ਜਿਹੜਾ ਉਹ ਦਬਾ ਦਿੱਤਾ। ਹੁਣ ਉਮੀਦ ਇਹ ਕਰਨੀ ਚਾਹੀਦੀ ਹੈ ਕਿ ਇੱਕ ਤਾਂ ਜੋ ਯੂਟੀ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਪਾਲਿਸੀ ਸੀ ਜਿਹਨੂੰ ਬ੍ਰੀਚ ਕੀਤਾ ਅਕਾਲੀ ਦਲ ਨੇ, ਕਿਆ ਉਹ ਸਾਰਿਆਂ ਵਾਸਤੇ ਬਰਾਬਰ ਹੋਏਗੀ? ਕਿਆ ਡੱਬ ਵਾਲੀ ਟਰਾਂਸਪੋਰਟ ਵੀ ਉੱਥੋਂ ਰਿਮੂਵ ਹੋਏਗੀ, ਔਰਬਿਟ ਵੀ ਰਿਮੂਵ ਹੋਏਗੀ, ਜਾਂ ਬਾਕੀ ਦੇ ਪ੍ਰਾਈਵੇਟ ਬੱਸ ਆਪਰੇਟਰਸ ਨੂੰ ਵੀ ਉੱਥੇ ਜਾਣ ਦੀ ਪਰਮਿਸ਼ਨ ਮਿਲੇਗੀ? ਇਸ ਤੋਂ ਇਲਾਵਾ ਇੱਕ ਪਰਮਿਟ ਤੇ 10-10 ਬੱਸਾਂ ਚਲਾਉਣ ਦੀ ਜਿਹੜੀ ਗੱਲ ਸੀ, ਉਸ ਚੀਜ਼ ਨੂੰ ਵੀ ਦੇਖਣਾ ਹੋਏਗਾ ਕਿ ਕਿੰਨੀ ਸਮਾਰਟਲੀ ਕੈਪਟਨ ਗਵਰਨਮੈਂਟ ਹੱਲ ਕਰਦੀ ਹੈ। ਜੀ ਬਿਲਕੁਲ, ਮੇਰਾ ਖਿਆਲ ਹੈ ਪ੍ਰਾਮੀ ਜੀ ਮੁੱਦਾ ਹੀ ਜ਼ਿਆਦਾ ਵੱਡਾ ਇਹ ਸੀ ਕਿ ਇੱਕ ਪਰਮਿਟ ਦੇ ਉੱਪਰ ਪਰਮਿਟ ਕਿਸੇ ਵੀ ਕੰਪਨੀ ਦੇ ਕੋਲ ਉੱਥੇ ਇੱਕ ਹੈ, ਜੇ ਕਿਸੇ ਕੋਲ 10 ਪਰਮਿਟ ਆ ਤਾਂ ਗੱਡੀਆਂ ਉਹਦੇ ਕੋਲ ਜਿਹੜੀਆਂ ਹੈਗੀਆਂ 50 ਆ ਉਹਦੇ ਕੋਲ। ਔਰ ਉਹ ਅਸੀਂ ਅਕਸਰ ਦੇਖਦੇ ਹਾਂ ਉੱਥੇ ਕਿ ਜਦੋਂ ਬੱਸ ਇੱਕ ਪਾਸੇ ਦੂਜੇ ਪਾਸੇ ਜਾਂਦੀ ਆ, ਰਸਤੇ ਵਿੱਚ ਰੁਕ ਕੇ ਇੱਕ ਪਰਮਿਟ ਜਿਹੜਾ ਹੈ ਦੂਸਰੇ ਬੰਦੇ ਨੂੰ ਫੜਾ ਦਿੱਤਾ ਜਾਂਦਾ। ਅਗਰ ਰਸਤੇ ਵਿੱਚ ਡੀਟੀਓ ਖੜਾ ਹੈ ਤੇ ਪਰਮਿਟ ਜਿਹੜਾ ਹੈ ਉਹ ਡਰਾਈਵਰ ਆਪਸ ਵਿੱਚ ਐਕਸਚੇਂਜ ਕਰ ਲੈਂਦੇ ਸੀ ਕਿ ਡੀਟੀਓ ਇੱਧਰ ਖੜਾ, ਪਰਮਿਟ ਤੂੰ ਲੈ ਕੇ ਚਲਾ ਜਾ, ਔਰ ਇਹੀ ਚੱਲਦਾ ਸੀ। ਔਰ ਜਿਹੜੀ ਸਭ ਤੋਂ ਵੱਡੀ ਧਾਂਦਲੀ ਸੀ ਪ੍ਰਮੀ ਜੀ ਉੱਥੇ, ਜਿਹੜੇ ਟਾਈਮ ਜਿਹੜੇ ਵਧੀਆ ਟਾਈਮ ਹੁੰਦੇ ਸੀ। ਮੈਂ ਇੱਕ ਚੀਜ਼ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਡੀਟੀਓ ਜਿਹੜੇ ਨੇ ਉਹਨਾਂ ਨੂੰ ਸਟ੍ਰਿਕਟ ਇੰਸਟਰਕਸ਼ਨ ਸੀਗੀਆਂ ਕਿ ਤੁਸੀਂ ਡੱਬ ਵਾਲੀ ਦੀ ਔਰਬਿਟ ਦੀ ਜਾਂ ਇੰਡੋ ਕੈਨੇਡੀਅਨ ਦੀ ਬੱਸ ਰੋਕਣੀ ਹੀ ਨਹੀਂ ਹੈ। ਮੈਂ ਇੱਕ ਚੀਜ਼ ਨਹੀਂ, ਇਹ ਤਾਂ ਹੋ ਗਏ ਜੀ ਉਹ ਲੋਕ ਜਿਹਨਾਂ ਦਾ ਪ੍ਰਭਾਵ ਸੀ, ਪਰ ਜਿਹੜੇ ਛੋਟੇ ਲੋਕ ਵੀ ਸੀ ਜਿਨ੍ਹਾਂ ਦੀਆਂ ਛੋਟੀਆਂ ਟਰਾਂਸਪੋਰਟ ਸੀਗੀਆਂ, ਤੁਸੀਂ ਉਹਨਾਂ ਨੂੰ ਵੀ ਇਹ ਕੰਮ ਕਰਦੇ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਹੜੇ ਡਰਾਈਵਰ ਨੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕਿਤੇ ਕੋਈ ਅਫੀਸ਼ੀਅਲ ਖੜਾ, ਉਹ ਰਸਤੇ ਦੇ ਵਿੱਚ ਜਿਹੜੇ ਬੱਸਾਂ ਦੇ ਪਰਮਿਟ ਹੁੰਦੇ ਸੀ, ਉਹ ਪਰਮਿਟ ਜਿਹੜੇ ਐਕਸਚੇਂਜ ਕੀਤੇ ਜਾਂਦੇ ਸੀ, ਉਹ ਦੂਸਰਿਆਂ ਨੂੰ ਦੇ ਦਿੱਤਾ ਜਾਂਦਾ ਸੀਗਾ ਕਿ ਤੂੰ ਉੱਧਰ ਚੱਲਿਆ, ਉੱਧਰ ਆਫੀਸਰ ਖੜਾ, ਤੂੰ ਇਹ ਪਰਮਿਟ ਨਾਲ ਲੈ ਕੇ ਚਲਾ ਜਾ। ਅਕਸਰ ਮੈਂ ਬੱਸਾਂ 'ਚ ਬਹੁਤ ਸਫ਼ਰ ਕੀਤਾ, ਮੈਂ ਦੇਖਦਾ ਰਿਹਾ। ਔਰ ਇਹ ਅੱਜ ਤੋਂ ਨਹੀਂ ਆ, ਇਹ ਨਹੀਂ ਹੈ ਕਿ ਪਿਛਲੇ 10-12 ਸਾਲ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਚੱਲਣ ਚੱਲਿਆ ਸੀ। ਕਰਤਾਰ ਟਰਾਂਸਪੋਰਟ ਸਾਲਾਂ ਤੋਂ ਹੈ, ਔਰ ਮੈਂ ਕਰਤਾਰ ਟਰਾਂਸਪੋਰਟ ਨੂੰ ਇਹ ਕੰਮ ਕਰਦਿਆਂ ਬਹੁਤ ਸਾਲ ਦੇਖਿਆ। ਕਾਂਗਰਸ ਦੇ ਨਾਲ ਜੁੜੀ ਹੋਈ ਟਰਾਂਸਪੋਰਟ ਹੈ, ਤੁਹਾਨੂੰ ਹੀ ਪਤਾ ਅਵਤਾਰ ਐਨਰੀ ਦੀ ਉਹ ਜਿਹੜੀ ਹੈਗੀ ਹੈ ਟਰਾਂਸਪੋਰਟ ਹੈਗੀ ਹੈ। ਔਰ ਇਹ ਸਾਰੇ ਹੀ ਲੋਕ ਇਹ ਕਰਦੇ ਸੀ। ਜਿਹੜੀ ਸਭ ਤੋਂ ਵੱਡੀ ਧਾਂਦਲੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਆਈ ਸੀ, ਉਹ ਇਹ ਸੀ ਕਿ ਜਿਹੜੇ ਟਾਈਮ ਜ਼ਿਆਦਾ ਕਮਾਈ ਵਾਲੇ ਹੁੰਦੇ ਸੀ, ਜਿਹੜੇ ਟਾਈਮ ਤੇ ਲੋਕੀ ਜ਼ਿਆਦਾ ਸਫ਼ਰ ਕਰਦੇ ਸੀ, ਉਹ ਜਿਹੜੇ ਟਾਈਮ ਸੀ ਉਹ ਸਾਰੇ ਸਰਕਾਰੀ ਬੱਸਾਂ ਦੇ ਕੋਲੋਂ ਖੋਲੇ ਗਏ ਸੀ, ਜਾਂ ਸਰਕਾਰੀ ਬੱਸਾਂ ਵਾਲਿਆਂ ਨੂੰ ਜ਼ਬਰਦਸਤੀ ਪਿੱਛੇ ਕਰਕੇ ਮੋਹਰੇ ਉਹਨਾਂ ਦੇ ਆਪਣੀਆਂ ਪ੍ਰਾਈਵੇਟ ਬੱਸਾਂ ਲਗਾ ਕੇ ਸਵਾਰੀਆਂ ਚੱਕ ਲਈਆਂ ਜਾਂਦੀਆਂ ਸੀ, ਜਿਹੜਾ ਬਹੁਤ ਵੱਡਾ ਕਾਰਨ ਸੀਗਾ। ਜਿੰਨੀਆਂ ਵੀ ਪੰਜਾਬ ਰੋਡਵੇਜ਼ ਹੋ ਗਈ, ਪਨ ਬੱਸ ਹੋ ਗਈ, ਇਹਨਾਂ ਦਾ ਘਾਟੇ ਦਾ ਕਾਰਨ ਇਹੀ ਸੀ ਜੀ। ਇੱਕ ਮੈਂ ਕੁਲਵੀਰ ਜੀ ਇੰਟਰਸਟਿੰਗ ਗੱਲ ਹੋਰ ਵੀ ਦੱਸਣਾ ਚਾਹਾਂਗਾ ਕਿ ਮੈਨੂੰ ਪਰਸੋਂ ਕਿਸੇ ਨੇ ਇਹ ਗੱਲ ਸ਼ੇਅਰ ਕੀਤੀ ਸੀ ਕਿ ਹੁਣ ਚੰਡੀਗੜ੍ਹ ਤੋਂ ਜਿਹੜੀ ਬਠਿੰਡੇ ਬੱਸਾਂ ਜਾਂਦੀਆਂ ਨੇ ਜਾਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਬੱਸਾਂ ਜਾਂਦੀਆਂ ਨੇ, ਔਰਬਿਟ ਬੱਸਾਂ ਦੇ ਵਿੱਚ ਸਵਾਰੀਆਂ 3 ਜਾਂ 4 ਰਹਿ ਗਈਆਂ ਨੇ। ਲੋਕ ਡਰਦੇ ਔਰਬਿਟ ਬੱਸਾਂ ਦੇ ਵਿੱਚ ਚੜ੍ਹਦਾ ਹੀ ਨਹੀਂ ਹੈ ਕਿ ਪਤਾ ਨਹੀਂ ਕਿਹੜੇ ਵੇਲੇ ਸਾਡੇ ਨਾਲ ਕੀ ਮਾੜੀ ਘਟਨਾ ਜਿਹੜੀ ਹੈ ਉਹ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਵੱਲੋਂ ਕਰ ਦਿੱਤੀ ਜਾਵੇਗੀ। ਸੋ ਇਹ ਬੱਸਾਂ, ਇਹ ਮੈਂ ਆਪਣੇ ਵੀ ਅੱਖੀ ਜਾ ਕੇ ਜਦੋਂ ਦੇਖੇ ਤਾਂ ਵਾਕਈ ਗੱਲ ਸੱਚ ਸੀ ਕਿ ਜਿਨ੍ਹਾਂ ਰੂਟਸ ਦੇ ਉੱਪਰ ਔਰਬਿਟ ਬੱਸਾਂ ਭਰੀਆਂ ਜਾਂਦੀਆਂ ਸੀ ਜਾਂ 3-3, 4-4 ਬੱਸਾਂ ਜਾਂਦੀਆਂ ਸੀ, ਉੱਥੇ ਲੋਕ ਔਰਬਿਟ ਬੱਸ ਦੇ ਵਿੱਚ ਚੜ੍ਹਨ ਤੋਂ ਹੁਣ ਅਵੋਇਡ ਕਰਨ ਲੱਗ ਪਏ ਨੇ। ਉਹ ਸਰਕਾਰੀ ਬੱਸ 'ਚ ਜਾਣਾ ਜ਼ਿਆਦਾ ਪ੍ਰੈਫਰ ਕਰਦੇ ਨੇ, ਕਿਸੇ ਹੋਰ ਕੰਪਨੀ ਦੀ ਬੱਸ 'ਚ ਜ਼ਿਆਦਾ ਪ੍ਰੈਫਰ ਕਰਦੇ ਨੇ ਬਜਾਏ ਸੇ ਔਰਬਿਟ 'ਚ ਜਾਣ ਦੇ। ਪਰ ਇਹਦੇ 'ਚ ਵੀ ਤੁਸੀਂ ਦੇਖੋ, ਸੁਖਬੀਰ ਬਾਦਲ ਜਾਂਦੇ ਵੀ ਇੱਕ ਚਾਲ ਚੱਲ ਗਿਆ, ਆਪਣੇ ਗਲੋਂ ਲਾ ਕੇ ਬੜਾ ਲੋਕਾਂ ਦੇ ਗਲ ਪਾ ਗਿਆ, ਆਪਣੇ ਪੈਸੇ ਬਣਾ ਕੇ ਚਲਾ ਗਿਆ ਜੀ। ਬਿਲਕੁਲ ਬਿਲਕੁਲ ਜੀ, ਬਿਲਕੁਲ 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 ਬਿਲਕੁਲ। ਸ਼ਬਦੀਸ਼ ਜੀ ਮੇਰੇ ਨਾਲ ਜੁੜੇ ਹੋਏ ਨੇ। ਸ਼ਬਦੀਸ਼ ਜੀ। ਹਾਂਜੀ ਹਾਂ ਜੀ, ਮਾਫੀ ਚਾਹਾਂਗੇ ਜੀ, ਟੈਕਨੀਕਲ ਪ੍ਰੋਬਲਮ ਕਰਕੇ ਤੁਹਾਡੀ ਆਵਾਜ਼ ਨਹੀਂ ਸਾਨੂੰ ਆ ਰਹੀ ਸੀ। ਤੁਸੀਂ ਆਪਣੀ ਗੱਲ ਕੰਪਲੀਟ ਕਰੋ ਜੀ। ਮੈਂ ਕੁਲਵੀਰ ਜੀ ਇਹ ਕਹਿ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਇਹ ਗੱਲਾਂ ਚੱਲ ਰਹੀਆਂ ਨੇ, ਜੇਲ੍ਹ ਬ੍ਰੇਕ ਬਾਰੇ ਮੈਂ ਬੋਲ ਰਿਹਾ ਸੀ। ਜੇ ਮੇਰੀ ਗੱਲ ਮੈਨੂੰ ਦੁਬਾਰਾ ਸ਼ੁਰੂ ਕਰਨੀ ਹੋ ਸਕਦਾ, ਮੇਰੀ ਗੱਲ ਦੁਬਾਰਾ ਮੈਂ ਰਿਪੀਟ ਕਰ ਰਿਹਾ ਹਾਂ। ਮੈਂ ਇਹ ਕਹਿ ਰਿਹਾ ਸੀ ਕਿ ਜਿਸ ਤਰ੍ਹਾਂ ਦੇ ਸਾਈਨ ਸਾਨੂੰ ਜੇਲ੍ਹ ਬ੍ਰੇਕ ਦਰਮਿਆਨ ਮਿਲੇ ਨੇ, ਉਹਦੇ ਵਿੱਚ ਇਹ ਗੱਲ ਵੀ ਸੁਣੀ ਜਾ ਰਹੀ ਆ ਕਿ ਉਹ ਜਿਹੜੇ ਕੈਦੀਆਂ ਨੇ ਜੇਲ੍ਹ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਕਿਸੇ ਐਸੀ ਵੈਸੀ ਸਾਜ਼ਿਸ਼ ਨਾਲ ਜ਼ਿਆਦਾ ਸੰਬੰਧ ਨਹੀਂ ਸੀ, ਬਲਕਿ ਉਹਨਾਂ ਨੂੰ ਜੇਲ੍ਹ ਦੇ ਅਧਿਕਾਰੀਆਂ ਦੀ ਜਿਹੜੀ ਤਾਨਾਸ਼ਾਹੀ ਸੀ, ਜੇਲ੍ਹ ਦੇ ਅਧਿਕਾਰੀਆਂ ਦੀ ਜਿਹੜੀ ਅੰਤਾਂ ਦੀ ਸਖਤੀ ਸੀ, ਜਿਹੜੀ ਉਹਨਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਗਈ, ਉਹਦੇ ਰਿਐਕਟ ਦੇ ਵਿੱਚ ਉਹਨਾਂ ਨੇ ਇੰਨਾ ਗੁੱਸਾ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ। ਜੇ ਇਹ ਸੱਚਮੁੱਚ ਸਾਈਨ ਵੱਡੀ ਪੱਧਰ ਦੇ ਉੱਤੇ ਨੇ ਔਰ ਕੈਦੀਆਂ ਦੀ ਰੀਅਲ ਪੋਜੀਸ਼ਨ ਇਹੀ ਹੈ ਤਾਂ ਸਾਨੂੰ ਜੇਲ੍ਹਾਂ ਦੇ ਵਿੱਚ ਇੱਕ ਸੁਧਾਰ ਦੀ ਵੀ ਜ਼ਰੂਰਤ ਪਵੇਗੀ। ਅਗਲੀ ਗੱਲ ਹੁਣ ਜਿਹੜੀ ਆਪਣੀ ਚੱਲ ਰਹੀ ਸੀ, ਅਲੱਗ-ਅਲੱਗ ਤਰ੍ਹਾਂ ਦੇ ਟਰਾਂਸਪੋਰਟ ਵਿਭਾਗ ਨੂੰ ਸਹੀ ਲੀਹਾਂ ਦੇ ਉੱਤੇ ਪਾਉਣ ਦੀ, ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ
ਸਰਕਾਰੀ ਬੱਸਾਂ ਨੂੰ ਪੈਪਸੂ ਰੋਡ ਤੇ ਰੋਡਵੇਜ਼ ਦੀਆਂ ਬੱਸਾਂ ਨੂੰ ਲਾਹੇਵੰਦਾ ਬਣਾ ਲੈਂਦੀ ਹੈ ਤਾਂ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ। ਬੇਸ਼ੱਕ ਜਦੋਂ ਜਿਹੜੀਆਂ ਗਲਤ ਤਰੀਕੇ ਦੇ ਨਾਲ ਚੱਲ ਰਹੀਆਂ ਬੱਸਾਂ ਨੇ ਉਹਨਾਂ ਬੱਸਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਨਾਲ ਜੁੜੇ ਨੇਤਾਵਾਂ ਦੀਆਂ ਬੱਸਾਂ ਹੋਣਗੀਆਂ, ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਏ ਜਿਹੜੇ ਟਰਾਂਸਪੋਰਟਰ ਨੇ ਉਹਨਾਂ ਦੀਆਂ ਬੱਸਾਂ ਹੋਣਗੀਆਂ, ਪਰ ਇੱਕ ਸੁਰ ਜਿਹੜੀ ਸਾਨੂੰ ਸੁਣਾਈ ਦੇ ਰਹੀ ਆ ਜਾਂ ਸਾਡੇ ਦਿਮਾਗ ਦੇ ਵਿੱਚ ਛੇਤੀ ਘਰ ਘਰ ਜਾਂਦੀ ਆ, ਉਹਦੇ ਤੋਂ ਇਹ ਫੀਲ ਹੁੰਦਾ ਕਿ ਸ਼ਾਇਦ ਇਹ ਸਾਰੀਆਂ ਦਾ ਉਹਦਾ ਸਾਰਾ ਜਿਹੜਾ ਟਰਾਂਸਪੋਰਟ ਦੇ ਖੇਤਰ ਦਾ ਸੁਧਾਰ ਆ ਉਹ ਸੁਖਬੀਰ ਬਾਦਲ ਐਂਡ ਕੰਪਨੀ ਦੀਆਂ ਬੱਸਾਂ ਦੇ ਖਿਲਾਫ ਹੀ ਕੀਤਾ ਜਾ ਰਿਹਾ। ਔਰ ਜੇ ਇਹ ਸੱਚਮੁੱਚ ਇਸ ਤਰ੍ਹਾਂ ਵਾ ਤਾਂ ਮੈਂ ਨਹੀਂ ਸਮਝਦਾ ਇਹ ਜ਼ਿਆਦਾ ਸਹੀ ਹੈ। ਜੇ ਇਹਨੂੰ ਸੱਚਮੁੱਚ ਗਲਤ ਤਰੀਕੇ ਦੇ ਨਾਲ ਚੱਲਦੀਆਂ ਤਮਾਮ ਬੱਸਾਂ ਨੂੰ ਦਾਇਰੇ ਦੇ ਵਿੱਚ ਲਿਆ ਕੇ ਸਰਕਾਰੀ ਜਿਹੜਾ ਸੈਕਟਰ ਆ, ਪਬਲਿਕ ਸੈਕਟਰ ਆ, ਉਹਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਬਿਨਾਂ ਇਸ ਵਿਤਕਰੇ ਤੋਂ ਕਿ ਜਿਹੜੇ ਮਾਲਕ ਨੇ ਉਹ ਕਿਸ ਪਾਰਟੀ ਦੇ ਨਾਲ ਅਲਾਈ ਕਰਦੇ ਨੇ। ਅਜੇ ਇਸ ਤਰੀਕੇ ਦੇ ਨਾਲ ਇਹ ਸੁਧਾਰ ਕੀਤੇ ਜਾਣ ਟਰਾਂਸਪੋਰਟ ਦੇ ਅੰਦਰ ਤਾਂ ਮੇਰਾ ਖਿਆਲ ਹੈ ਉਹ ਪੰਜਾਬ ਦੇ ਲੋਕਾਂ ਨੂੰ ਕੈਪਟਨ ਦੀ ਜਿਹੜੀ ਹੈਗੀ ਕਾਰਵਾਈ ਆ ਉਹਦੇ ਲਈ ਧੰਨਵਾਦ ਦਾ ਪਾਤਰ ਬਣਾਉਣਗੇ। ਅਦਰਵਾਈਜ਼ ਲੋਕ ਇਹਨੂੰ ਇਸ ਤਰੀਕੇ ਨਾਲ ਫੀਲ ਕਰਨਗੇ ਕਿ ਠੀਕ ਆ ਬਾਦਲਾਂ ਨੂੰ ਤਾਂ ਸਬਕ ਸਿਖਾ ਦਿੱਤਾ, ਪਰ ਹੌਲੀ ਹੌਲੀ ਲੋਕ ਫੀਲ ਕਰਨਗੇ ਕਿ ਉਹਨਾਂ ਨੂੰ ਸਬਕ ਸਿਖਾਉਣ ਨਾਲ ਮਸਲਾ ਹੱਲ ਨਹੀਂ ਹੋਇਆ, ਸਮੱਸਿਆਵਾਂ ਤਾਂ ਉਵੇਂ ਦੀਆਂ ਉਵੇਂ ਖੜੀਆਂ ਨੇ। ਇਸ ਕਰਕੇ ਮੈਂ ਚਾਹਾਂਗਾ ਕਿ ਜੇ ਸੱਚਮੁੱਚ ਸੁਧਾਰ ਕਰਨੇ ਦੀ ਤਾਂ ਇਹਨੂੰ ਵਿਆਪਕ ਪੱਧਰ ਦੇ ਉੱਤੇ ਕੀਤਾ ਜਾਵੇ, ਬਿਨਾਂ ਕਿਸੇ ਵਿਤਕਰੇ ਤੋਂ ਕੀਤਾ ਜਾਵੇ ਔਰ ਸੱਚਮੁੱਚ ਪੰਜਾਬ ਦੇ ਪਬਲਿਕ ਸੈਕਟਰ ਨੂੰ ਫਾਇਦਾ ਦੇਣ ਦੇ ਨਜ਼ਰੀਏ ਤੋਂ। ਇੱਕ ਛੋਟਾ ਜਿਹਾ ਇੱਕ ਸਵਾਲ ਹੋਰ ਉੱਠਦਾ ਜੀ, ਮੈਂ ਸੀਪੀ ਜੀ ਤੁਹਾਡੇ ਵੱਲ ਆਵਾਂਗਾ। ਐਡੀ ਵੱਡੀ ਮਾਤਰਾ ਦੇ ਵਿੱਚ ਜਦੋਂ ਪਰਮਿਟ ਕੈਂਸਲ ਕੀਤੇ ਜਾਣਗੇ, ਹਟਾਏ ਜਾਣਗੇ ਔਰ ਇੰਨੇ ਹੀ ਕਰੀਬ 7000 ਕਹਿੰਦੇ ਉਹਨਾਂ ਨੇ ਸਰਕਾਰ ਦਾ ਕਹਿਣਾ ਕਰੀਬ 7000 ਪਰਮਿਟ ਜਿਹੜੇ ਹੈਗੇ ਦੁਬਾਰਾ ਦਿੱਤੇ ਜਾਣਗੇ। ਇਹ ਜਿਹੜੀ ਪ੍ਰਕਿਰਿਆ ਹੋਏਗੀ 7000 ਪਰਮਿਟ ਦੁਬਾਰਾ ਦੇਣ ਦੀ, ਇਹ ਪ੍ਰਕਿਰਿਆ ਕਿੰਨੀ ਕੁ ਜਿਹੜੀ ਹੈਗੀ ਇਮਾਨਦਾਰੀ ਨਾਲ ਸਿਰੇ ਚੜ੍ਹੇਗੀ, ਇਹਦੇ ਉੱਪਰ ਵੀ ਮੇਰਾ ਖਿਆਲ ਆਪਾਂ ਨੂੰ ਅੱਜ ਸਵਾਲ ਕਰਨਾ ਬਣਦਾ ਜੀ। ਕੁਲਵੀਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਇਹਨੂੰ ਡਿਫਰੈਂਟ ਤਰੀਕੇ ਨਾਲ ਨਹੀਂ ਦੇਖਣਾ ਚਾਹੀਦਾ। ਸਿੱਕੇ ਦੇ ਦੋਨੋਂ ਪਾਸੇ ਨੇ, ਇੱਕ ਪਾਸੇ ਅਕਾਲੀ ਦਲ ਨੂੰ ਲੈ ਲਓ, ਇੱਕ ਪਾਸੇ ਕਾਂਗਰਸ ਨੂੰ ਲੈ ਲਓ, ਕਿਤੇ ਨਾ ਕਿਤੇ ਸੇਮ ਪਾਲਿਸੀਆਂ ਰਹਿਣਗੀਆਂ। ਇੱਕ ਦੂਸਰੇ ਦੀ ਪਾਲਿਸੀ ਨੂੰ ਜਦੋਂ ਅਸੀਂ ਸੱਤਾ ਚਾਹੁੰਦੇ ਹਾਂ ਤਾਂ ਕੱਟ ਦਿੰਦੇ ਹਾਂ, ਕੱਟ ਕੇ ਆਪਣੀ ਇੰਪਲੀਮੈਂਟੇਸ਼ਨ ਜਿਹੜੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਸੋ ਦੇਖੋ, ਬਿਲਕੁਲ ਜਿਵੇਂ ਸ਼ਬਦੀਪ ਜੀ ਨੇ ਕਿਹਾ ਕਿ ਜੇ ਇੱਕ ਬੰਦੇ ਨੂੰ ਟਾਰਗੇਟ ਕਰਕੇ ਜਾਂ ਇੱਕ ਪਾਰਟਿਕੂਲਰ ਕੰਪਨੀ ਨੂੰ ਟਾਰਗੇਟ ਕਰਕੇ ਜੇ ਅਸੀਂ ਇਹ ਡਿਸੀਜਨ ਲਵਾਂਗੇ ਤਾਂ ਸ਼ਾਇਦ ਇਹ ਗਲਤ ਹੋਏਗਾ। ਜੇ ਅਸੀਂ ਉਸ ਡਿਸੀਜਨ ਦੇ ਵਿੱਚ ਆਪਣੇ MLAs ਜਾਂ ਆਪਣੇ ਬੰਦਿਆਂ ਨੂੰ ਵੀ ਇਨਵੋਲਵ ਕਰਕੇ ਉਹ ਪਰਮਿਟ ਇਸ਼ੂ ਕਰਨ ਦੀ ਪਾਲਿਸੀ ਦੇ ਵਿੱਚ ਲੈ ਕੇ ਆਵਾਂਗੇ ਤਾਂ ਸ਼ਾਇਦ ਅਸੀਂ ਕਵਾਂਗੇ ਕਿ ਕੈਪਟਨ ਸਾਹਿਬ ਦਾ ਜਿਹੜਾ ਸਟੈਪ ਸੀਗਾ ਇਹ ਬਹੁਤ ਵਧੀਆ ਸਟੈਪ ਸੀਗਾ। ਜਿਵੇਂ ਹੁਣ ਤੁਸੀਂ ਦੇਖੋ, ਇੰਨੀ ਤਾਦਾਦ ਦੇ ਵਿੱਚ ਰਿਵਿਊ ਕਰਨ ਦੀ ਗੱਲ ਕੀਤੀ ਗਈ ਹੈ ਪਰਮਿਟਸ ਨੂੰ, ਪਰਮਿਟਸ ਕਿਵੇਂ ਡਿਸਟ੍ਰੀਬਿਊਟ ਹੁੰਦੇ ਸੀ ਉਹ ਵੀ ਸਾਰੀ ਜਿਹੜੀ ਪਾਲਿਸੀ ਆ ਉਹਨੂੰ ਰਿਵਿਊ ਕੀਤਾ ਜਾਣਾ ਹੈ। DTO ਨੂੰ ਹਟਾ ਦਿੱਤਾ ਗਿਆ ਕਿਉਂਕਿ DTO ਦੀ ਬਹੁਤ ਵੱਡੀ ਇਨਵੋਲਵਮੈਂਟ ਰਹਿੰਦੀ ਸੀ ਇਸ ਚੀਜ਼ ਦੇ ਵਿੱਚ। ਸੋ ਕਿਤੇ ਨਾ ਕਿਤੇ ਸਟੈਪ ਚੰਗਾ ਲੱਗ ਰਿਹਾ ਹੈ, ਲੇਕਿਨ ਕਿਤੇ ਨਾ ਇਹ ਅਸੀਂ ਚੀਜ਼ ਨਾ ਭੁੱਲੀਏ ਕਿ ਉਸ ਬੱਸਾਂ ਦੇ ਵਿੱਚ ਕਾਂਗਰਸ MLAs ਜਾਂ ਕਾਂਗਰਸ ਮੰਤਰੀਆਂ ਦੀ ਵੀ ਸ਼ਮੂਲੀਅਤ ਬਹੁਤ ਜ਼ਿਆਦਾ ਹੈ। ਮਾਝੇ ਦੁਆਬੇ ਦੇ ਵਿੱਚ ਬਹੁਤੀ ਤਾਦਾਦ ਦੇ ਵਿੱਚ ਬੱਸਾਂ ਜਿਹੜੀਆਂ ਉਹ ਚੱਲਦੀਆਂ ਔਰ ਉਹਨਾਂ ਦਾ ਸਿੱਧੇ ਤੌਰ ਤੇ ਸੰਬੰਧ ਜਿਹੜਾ ਕਾਂਗਰਸ MLAs ਦੇ ਨਾਲ ਹੈ। ਸੋ ਕਿਤੇ ਨਾ ਕਿਤੇ ਇਹ ਪਾਲਿਸੀ ਇੱਕ ਯੂਨੀਫਾਰਮ ਪਾਲਿਸੀ ਹੋਏਗੀ ਤਾਂ ਸ਼ਾਇਦ ਵਧੀਆ ਲੱਗੇਗੀ। ਜੇ ਕਿਤੇ ਟਾਰਗੇਟ ਸਿਰਫ ਇੱਕ ਜਾਂ ਦੋ ਪਾਰਟਿਕੂਲਰ ਕੰਪਨੀਆਂ ਨੂੰ ਲੈ ਕੀਤਾ ਗਿਆ ਫਿਰ ਇਹ ਚੀਜ਼ ਗਲਤ ਹੋਏਗੀ। ਜੇ ਅਸੀਂ ਗੱਲ ਕਰੀਏ ਐਕਸੀਡੈਂਟਸ ਦੀ, ਐਕਸੀਡੈਂਟਸ ਤਾਂ ਕਿਸੇ ਵੀ ਬੱਸ ਨਾਲ ਹੋ ਸਕਦਾ ਹੈ, ਜ਼ਰੂਰੀ ਨਹੀਂ ਹੈ ਉਹ ਆਰਬਿਟ ਨਾਲ ਵੀ ਹੋਵੇ, ਉਹ ਕਰਤਾਰ ਨਾਲ ਵੀ ਹੋ ਸਕਦਾ ਹੈ। ਸੋ ਕਿਤੇ ਨਾ ਕਿਤੇ ਯੂਨੀਫਾਰਮ ਪਾਲਿਸੀ ਲਿਆਉਣ ਦੀ ਜ਼ਰੂਰਤ ਹੈ। ਜੇ ਸਟੈਪ ਬੈਟਰ ਕੈਪਟਨ ਸਾਹਿਬ ਚੱਕ ਲੈਂਦੇ ਨੇ ਔਰ ਇਹ ਇੱਕ ਤਰ੍ਹਾਂ ਨਾਲ ਯੂਨੀਫਾਰਮ ਦੇ ਵਿੱਚ ਲੈ ਕੇ ਆਉਂਦੇ ਨੇ, ਹਰੇਕ ਵਾਸਤੇ ਸੇਮ ਪਾਲਿਸੀ ਲੈ ਕੇ ਆਉਂਦੇ ਨੇ, ਜਿਹਦੀ ਕਿ ਉਮੀਦ ਹਲੇ ਥੋੜੀ ਜੀ ਘੱਟ ਹੈ। ਮੇਰਾ ਪਰਸਨਲ ਮੰਨਣਾ ਇਹ ਹੈ ਕਿ ਉਹ ਘੱਟ ਉਮੀਦ ਹੈ, ਕਿਉਂਕਿ ਜਦੋਂ ਇਦਾਂ ਦੀ ਪਾਲਿਸੀ ਨੂੰ ਰਿਵਿਊ ਕੀਤਾ ਜਾਂਦਾ ਔਰ ਇੰਨੀ ਵੱਡੀ ਤਾਦਾਦ ਦੇ ਵਿੱਚ 9000 ਮਤਲਬ ਦੇ ਕਰੀਬ ਜਿਹੜੇ ਹੈਗੇ ਨੇ ਪਰਮਿਟ, ਉਹਨਾਂ ਨੂੰ ਤੁਸੀਂ ਰਿਵਿਊ ਕਰਨ ਦੀ ਗੱਲ ਕਰਦੇ ਹੋ, ਟਰਾਂਸਪੋਰਟ ਪਾਲਿਸੀ ਜਿਹੜੀ ਹੈ ਉਹਨੂੰ ਡਿਫਰੈਂਟ ਤਰੀਕੇ ਨਾਲ ਨਵਾਂ ਬਿਲਡ ਕਰਨ ਦੀ ਗੱਲ ਕਰਦੇ ਹੋ, ਤਾਂ ਉੱਥੇ ਇਹ ਸ਼ੰਕਾ ਜ਼ਰੂਰ ਆ ਜਾਂਦੀ ਹੈ ਕਿ ਕਿਤੇ ਨਾ ਕਿਤੇ ਆਪਣੇ ਲੋਕਾਂ ਨੂੰ ਜਾਂ ਆਪਣੇ ਖੇਮੇ ਦੇ ਵਿੱਚ ਬੈਨੀਫਿਟ ਲੈਣ ਲਈ ਇਹ ਚੀਜ਼ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਬਟ ਜੇ ਕਿਤੇ ਬੜੀ ਫੇਅਰ ਤਰੀਕੇ ਨਾਲ ਹੋ ਗਿਆ ਤਾਂ ਸ਼ਾਇਦ ਲੋਕਾਂ ਦੇ ਵਿੱਚ ਵਿਸ਼ਵਾਸ ਜਿਹੜਾ ਹੋਰ ਵੱਧ ਜਾਣਾ। ਬਟ ਮੈਨੂੰ ਇਹਦੀ ਉਮੀਦ ਥੋੜੀ ਜਿਹੀ ਘੱਟ ਲੱਗਦੀ ਹੈ। ਪ੍ਰਮੀਤ ਜੀ, ਇਹ ਵੀ ਕਿਹਾ ਜਾ ਰਿਹਾ ਕਿ 7000 ਬੱਸਾਂ ਐਸੀਆਂ ਆ, ਇਹ ਜਿਹੜੇ 9250 ਬੱਸਾਂ ਦੀ ਆਪਾਂ ਗੱਲ ਕਰਦੇ ਜਿਨ੍ਹਾਂ ਨੂੰ ਰੂਟ ਤੋਂ ਹਟਾਇਆ ਜਾਣਾ, ਪਰਮਿਟ ਕੈਂਸਲ ਕੀਤੇ ਜਾਣ, ਉਹਨਾਂ 'ਚ 7000 ਬੱਸਾਂ ਐਸੀਆਂ ਜਿਹੜੀਆਂ
ਟੈਕਨੀਕਲ ਤੌਰ ਤੇ ਪਾਸ ਹੀ ਨਹੀਂ ਹੁੰਦੀਆਂ, ਉਹਨਾਂ ਨੂੰ ਬਾਰ-ਬਾਰ ਐਕਸਟੈਂਸ਼ਨ ਦੇ ਕੇ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ। ਔਰ 7000 ਬੱਸਾਂ ਦਾ ਰਿਕਾਰਡ ਹੈ, ਔਨ ਰਿਕਾਰਡ ਨੇ ਕਿ ਇਹ ਬੱਸਾਂ ਜਿਹੜੀਆਂ ਹੈਗੀਆਂ ਫਿੱਟ ਨਹੀਂ ਹੈਗੀਆਂ ਰੋਡਸ ਵਾਸਤੇ, ਉਹ ਜਿਹੜੀਆਂ ਇਹ ਰੂਲ ਐਂਡ ਰੈਗੂਲੇਸ਼ਨ ਦੀ ਵਾਇਲੇਸ਼ਨ ਕਰਦੀਆਂ ਉਹ ਬੱਸਾਂ ਪੰਜਾਬ ਦੀਆਂ ਸੜਕਾਂ ਦੇ ਉੱਪਰ ਦੌੜ ਰਹੀਆਂ। 7000 ਬੱਸਾਂ, ਉਹਨਾਂ ਦੀ ਖਾਸ ਤੌਰ ਤੇ ਜਿਹੜਾ ਹੈ ਉਹਨੂੰ ਸਰਕਾਰ ਵੱਲੋਂ ਜ਼ਿਕਰ ਕੀਤਾ ਗਿਆ ਕਿ ਇਹਨਾਂ ਬੱਸਾਂ ਨੂੰ ਪੂਰੇ ਤਰੀਕੇ ਦੇ ਨਾਲ ਸੜਕ ਤੋਂ ਹਟਾ ਦਿੱਤਾ ਜਾਊਗਾ। ਬਿਲਕੁਲ ਕੁਲਵੀਰ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜਿਹਨਾਂ MVIs ਨੇ ਬੱਸਾਂ ਪਾਸ ਕੀਤੀਆਂ, ਮੋਟਰ ਵਹੀਕਲ ਇੰਸਪੈਕਟਰਸ ਨੇ ਇਹ ਬੱਸਾਂ ਪਾਸ ਕੀਤੀਆਂ, ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਪਿਛਲੇ 10 ਸਾਲਾਂ ਦੇ ਵਿੱਚ, ਪਿਛਲੇ 5 ਸਾਲਾਂ ਦੇ ਵਿੱਚ ਇਹ ਬੱਸਾਂ ਕਿਸ ਤਰ੍ਹਾਂ ਨਾਲ, ਕਿਸ ਬਿਹਾਫ ਤੇ ਔਰ ਬਾਰ-ਬਾਰ ਉਹਨਾਂ ਨੂੰ ਐਕਸਟੈਂਸ਼ਨ ਕਿੱਦਾਂ ਮਿਲ ਸਕਦੀ ਹੈ ਜਦੋਂ ਇੱਕ ਸਮੱਸਿਆ ਹੱਲ ਹੀ ਨਹੀਂ। ਉਹ ਤਾਂ ਹਾਂਜੀ ਐਗਜ਼ੈਕਟਲੀ ਇਹ ਉਹਨਾਂ ਦੀ ਜਵਾਬਦੇਹੀ ਬਣਦੀ ਹੈ ਜੀ। ਉਹਨਾਂ ਨੂੰ ਕੁਐਸਚਨ ਕੀਤਾ ਜਾਣਾ ਚਾਹੀਦਾ। ਅਗਰ ਕੋਈ ਉਹਦੇ 'ਚ ਕੋਈ ਦੋਸ਼ੀ ਪਾਇਆ ਜਾਂਦਾ, ਕੋਈ ਗਿਲਟੀ ਕਿਸੇ ਨੂੰ ਪਾਇਆ ਜਾਂਦਾ, ਤਾਂ ਉਸ ਬੰਦੇ ਨੂੰ ਬਕਾਇਦਾ ਜੋ ਉਹਦੇ ਖਿਲਾਫ ਜੋ ਐਕਸ਼ਨ ਹੈ, ਜੋ ਡਿਪਾਰਟਮੈਂਟਲ ਇਨਕੁਆਇਰੀ ਹੈ ਜਾਂ ਕੋਈ ਵੀ ਅਨੁਸ਼ਾਸਨੀ ਕਾਰਵਾਈ ਹੈ ਜਾਂ ਕਿਸੇ ਵੀ ਕਿਸਮ ਦੀ ਕਾਨੂੰਨੀ ਕਾਰਵਾਈ ਵੀ ਕਰਨੀ ਹੈ ਤਾਂ ਉਹਦੇ ਖਿਲਾਫ ਕੀਤੀ ਜਾਵੇ। ਇਸ ਤੋਂ ਇਲਾਵਾ ਗੱਲ ਆ ਰਹੀ ਸੀ ਜੀ ਬੱਸਾਂ ਦੇ ਪਰਮਿਟ ਦੇਣ ਦੀ। ਕੁਲਵੀਰ ਜੀ, ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਹਾਲੇ ਕੋਈ ਟਰਾਂਸਪੋਰਟ ਮੰਤਰੀ ਨਹੀਂ ਹੈ। ਇਸ ਚੀਜ਼ ਨੂੰ ਸਾਨੂੰ ਨਹੀਂ ਭੁੱਲਣਾ ਚਾਹੀਦਾ। ਬਿਨਾਂ ਟਰਾਂਸਪੋਰਟ ਮੰਤਰੀ ਤੋਂ ਤੁਸੀਂ ਪੰਜਾਬ ਦੇ ਵਿੱਚ ਬੱਸਾਂ ਦੇ ਪਰਮਿਟ ਇਸ਼ੂ ਕਰੋਗੇ, ਉਸ ਚੀਜ਼ ਦੇ ਉਹ ਕਿਵੇਂ ਟੈਕਨੀਕਲੀ ਉਹ ਚੀਜ਼ ਕਿਵੇਂ ਸਹੀ ਹੈ? ਕਿਉਂਕਿ ਪਰਮਿਟ ਦੇ ਉੱਪਰ ਟਰਾਂਸਪੋਰਟ ਉਹਨਾਂ ਨੇ 6 ਮਹੀਨੇ ਕਹੇ ਆ ਜੀ। ਉਹ ਉਹਨਾਂ ਦਾ ਕਹਿਣਾ ਕਿ ਨਵੀਂ ਟਰਾਂਸਪੋਰਟ ਨੀਤੀ ਬਣਾਉਣ, ਪੂਰੇ ਤਰੀਕੇ ਦੇ ਨਾਲ ਉਹਨੂੰ ਚੈੱਕ ਕਰਕੇ ਉਹਨੂੰ ਬਣਾਉਣ ਤੇ ਉਹਨੂੰ ਲਾਗੂ ਕਰਨ ਲਈ ਉਹਨਾਂ ਨੂੰ 6 ਮਹੀਨੇ ਚਾਹੀਦੇ। 6 ਮਹੀਨੇ ਇਹ ਬੱਸਾਂ ਨੂੰ ਚੱਲਦੇ ਰੱਖਣਗੇ, 6 ਮਹੀਨੇ ਬਾਅਦ ਇਹ ਬੱਸਾਂ ਰੂਟ ਤੋਂ ਹਟਣਗੀਆਂ, ਪਰ ਉਦੋਂ ਤੱਕ ਨਵੀਂ ਟਰਾਂਸਪੋਰਟ ਨੀਤੀ ਨੂੰ ਲਾਗੂ ਕਰਕੇ ਨਵੇਂ ਪਰਮਿਟ ਇਸ਼ੂ ਕਰ ਦਿੱਤੇ ਜਾਣਗੇ। ਬਿਲਕੁਲ। ਉਹਦੇ ਵਿੱਚ ਇੱਕ ਚੀਜ਼ ਮੈਂ ਜਿਹੜੀ ਇਹ ਕਹਿਣੀ ਚਾਹਾਂਗਾ ਕਿ ਜਿਹੜੇ ਪਰਮਿਟ ਦੇਣ ਦੀ ਜਿਹੜੀ ਕਾਰਵਾਈ ਹੈ ਉਹ ਇੱਕ ਤਾਂ ਮੈਂਡੇਟਰੀ ਸਿਰਫ ਆਨਲਾਈਨ ਹੋਣੀ ਚਾਹੀਦੀ ਹੈ ਤਾਂ ਕਿ ਪੂਰੀ ਤਰ੍ਹਾਂ ਟਰਾਂਸਪੇਰੈਂਸੀ ਉਹਦੇ ਵਿੱਚ ਰਹੇ। ਇਹ ਨਹੀਂ ਕਿ ਕੋਈ ਵੀ ਬੰਦਾ ਜਾ ਕੇ, ਕੋਈ ਵੀ ਟਰਾਂਸਪੋਰਟਰ ਜਾ ਕੇ ਟਰਾਂਸਪੋਰਟ ਮੰਤਰੀ ਦੇ ਘਰ ਮੱਥਾ ਟੇਕਿਆ ਹੋਵੇ ਤਾਂ ਉਹਨੂੰ ਉਸ ਰੂਟ ਦਾ ਪਰਮਿਟ ਮਿਲ ਜਾਏ। ਇਹ ਸਾਰਾ ਕੁਝ ਬਿਲਕੁਲ ਆਨਲਾਈਨ ਟਰਾਂਸਪੇਰੈਂਸੀ ਨਾਲ ਹੋਣਾ ਚਾਹੀਦਾ, ਤਾਂ ਹੀ ਜਿਹੜੀਆਂ ਬੱਸਿਸ ਦੇ ਜਿਹੜੇ ਪਰਮਿਟ ਹੈਗੇ, ਨੰਬਰ ਆਫ ਬੱਸਿਸ ਜਿਹੜੀਆਂ ਨੇ, ਕਿਹੜੇ ਰੂਟ ਤੇ ਕਿੰਨੀ ਬੱਸਿਸ ਚੱਲਦੀਆਂ ਨੇ, ਕਿੰਨਾ ਉੱਥੇ ਪੈਸੇਂਜਰ ਦਾ ਫਲੋ ਹੈਗਾ, ਕਿੰਨੀਆਂ ਉੱਥੇ ਬੱਸਿਸ ਹੋਣੀਆਂ ਚਾਹੀਦੀਆਂ, ਕਿਸ ਕੰਪਨੀ ਨੂੰ ਮੋਨੋਪੋਲੀ ਨਹੀਂ ਮਿਲਣੀ ਚਾਹੀਦੀ ਹੈ, ਕਿਸੇ ਕੰਪਨੀ ਨੂੰ ਮੋਨੋਪੋਲੀ ਨਹੀਂ ਮਿਲਣੀ ਚਾਹੀਦੀ। ਇਹ ਚੀਜ਼ਾਂ ਜ਼ਰੂਰ ਇਹਦੇ ਵਿੱਚ ਦੇਖਣ ਵਾਲੀਆਂ ਹੋਣਗੀਆਂ। ਇਹਦੇ ਨਾਲ ਟਰਾਂਸਪੋਰਟ ਮੰਤਰੀ ਦੀ ਮੈਂ ਗੱਲ ਇਸ ਕਰਕੇ ਕੀਤੀ ਹੈ ਕਿ ਟਰਾਂਸਪੋਰਟ ਮੰਤਰੀ ਦਾ ਇੱਕ ਬਹੁਤ ਅਹਿਮ ਰੋਲ ਹੁੰਦਾ ਬੱਸਾਂ ਦੇ ਪਰਮਿਟ ਡਿਸਟਰੀਬਿਊਟ ਕਰਨ ਦੇ ਵਿੱਚ। ਇਸ ਚੀਜ਼ ਨੂੰ ਜ਼ਰੂਰ ਦੇਖਣਾ ਪਏਗਾ ਕਿ ਟਰਾਂਸਪੋਰਟ ਮਿਨਿਸਟਰ ਕੌਣ ਬਣਦਾ, ਕਿਸ ਨੂੰ ਟਰਾਂਸਪੋਰਟ ਮਿਨਿਸਟਰ ਬਣਾਇਆ ਜਾਂਦਾ, ਉਹਦਾ ਕਿਸੇ ਨਾ ਕਿਸੇ ਤਰ੍ਹਾਂ ਨਾਲ ਟਰਾਂਸਪੋਰਟ ਦੇ ਬਿਜ਼ਨਸ ਨਾਲ ਕੋਈ ਲੈਣਾ ਦੇਣਾ ਤਾਂ ਨਹੀਂ ਹੈਗਾ। ਲਾਸਟ ਦੇ ਵਿੱਚ ਮੈਂ ਆਪਣੀ ਗੱਲ ਇਹ ਕਹੂੰਗਾ ਕਿ ਜਿਵੇਂ ਸ਼ਬੀਰ ਜੀ ਨੇ ਗੱਲ ਕੀਤੀ ਹੈ, CP ਜੀ ਨੇ ਵੀ ਗੱਲ ਕੀਤੀ ਹੈ, ਮੈਂ ਆਪਣੇ ਸਾਥੀ ਪੈਨਲਿਸਟਾਂ ਨੂੰ ਇੱਕ ਸਵਾਲ ਇਹ ਕਰਨਾ ਚਾਹੂੰਗਾ ਕਿ ਆਰਬਿਟ ਬੱਸਿਸ ਦਾ ਜਿਹੜਾ ਟੈਰਰ ਹੈ ਉਹ ਬਹੁਤ ਜ਼ਿਆਦਾ ਰਿਹਾ। ਮੈਂ ਬਿਲਕੁਲ ਉਹਨਾਂ ਦੀ ਗੱਲ ਨਾਲ ਸਹਿਮਤ ਹੈ ਕਿ ਇਹ ਬਿਲਕੁਲ ਬਾਇਸ ਹੋਣਾ ਚਾਹੀਦਾ ਹੈ ਔਰ ਸਿਰਫ ਆਰਬਿਟ ਨੂੰ ਟਾਰਗੇਟ ਨਹੀਂ ਕੀਤਾ ਜਾਣਾ ਚਾਹੀਦਾ, ਬਾਕੀ ਸਾਰੇ ਵੀ ਜਿਹੜੇ ਦੋਸ਼ੀ ਹੈਗੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਣਾ ਚਾਹੀਦਾ। ਪਰ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਸਾਨੂੰ ਆਰਬਿਟ ਨੂੰ ਹੀ ਟਾਰਗੇਟ ਕਰਨਾ ਚਾਹੀਦਾ ਕਿਉਂਕਿ ਆਰਬਿਟ ਬਾਰੇ ਹੀ ਸਭ ਤੋਂ ਜ਼ਿਆਦਾ ਖਬਰਾਂ ਆਉਂਦੀਆਂ ਨੇ। ਆਰਬਿਟ ਦੀਆਂ ਬੱਸਾਂ ਹੀ ਠੀਕ ਹੈ ਸੜਕਾਂ ਦੇ ਪੰਜਾਬ ਦੇ ਲੋਕਾਂ ਨੂੰ ਨਹੀਂ ਮਾਰ ਰਹੀਆਂ, ਪਰ ਸਭ ਤੋਂ ਜ਼ਿਆਦਾ ਬੱਸਾਂ ਆਰਬਿਟ ਦੀਆਂ ਹੀ ਨੇ ਜਿਹੜੀਆਂ ਸੜਕਾਂ ਜਿਹੜੀਆਂ ਲੋਕਾਂ ਨੂੰ ਮਾਰਦੀਆਂ ਨੇ। ਆਰਬਿਟ ਦੇ ਜਿਹੜੇ ਡਰਾਈਵਰ ਨੇ, ਜਿਹੜੇ ਕੰਡਕਟਰ ਨੇ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ, ਉਹਨਾਂ ਨੂੰ DTOs ਦਾ ਡਰ ਨਹੀਂ, ਉਹਨਾਂ ਨੂੰ ਟ੍ਰੈਫਿਕ ਪੁਲਿਸ ਦਾ ਡਰ ਨਹੀਂ, ਉਹਨਾਂ ਨੂੰ ਰੂਲਸ ਐਂਡ ਰੈਗੂਲੇਸ਼ਨ ਦਾ ਕੋਈ ਡਰ ਨਹੀਂ ਹੈ। ਇਸ ਕਰਕੇ ਸਭ ਤੋਂ ਪਹਿਲਾਂ ਮੈਂਡੇਟਰੀ ਕਾਰਵਾਈ ਜਿਹੜੀ ਹੈ ਆਰਬਿਟ ਤੇ ਹੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਉਸ ਤੋਂ ਬਾਕੀ ਦੇ ਥੱਲੇ ਨੇ, ਸਾਰੇ ਥੱਲੇ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਸਬਕ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਏ। ਆਉਣ ਵਾਲੇ ਜਿਹੜੇ ਰੂਟ ਪਰਮਿਟ ਲੈਣ ਵਾਲੇ ਜਿਹੜੇ ਅਪਕਮਿੰਗ ਟਰਾਂਸਪੋਰਟਰਸ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਡਰ ਹੋਵੇ ਕਿ ਕੋਰਟ ਜਿਹੜੀ ਹੈ ਜਾਂ ਲਾਅ ਜਿਹੜਾ ਹੈ ਉਹ ਆਪਣਾ ਕੋਰਸ ਆਫ ਐਕਸ਼ਨ ਕਰੇਗਾ ਅਗਰ ਅਸੀਂ ਰੂਲਸ ਨੂੰ ਬ੍ਰੇਕ ਕਰਦੇ ਹਾਂ। ਜੀ ਸ਼ਬਜੀਤ ਜੀ, ਚਲਦੇ ਲਾਸਟ ਦੇ ਵਿੱਚ ਮੈਂ ਤੁਹਾਡੇ ਵੱਲ ਆਉਣਾ। ਇਸ ਸਵਾਲ ਦੇ ਨਾਲ ਮੈਂ ਇੱਕ ਗੱਲ ਕਰਨੀ ਚਾਹੁੰਦਾ ਕਿਉਂਕਿ ਅੱਜ ਲਾਸਟ ਦਿਨ ਔਰ ਸਾਨੂੰ ਉਮੀਦ ਆ ਕਿ ਜਿਹੜੇ ਪਾਰਲੀਮੈਂਟਰੀ ਸਕੱਤਰ ਹੈ ਉਹਨਾਂ ਦੇ ਵਾਸਤੇ ਅੱਜ ਜਿਹੜਾ ਹੈ ਕਾਂਗਰਸ ਕੋਸ਼ਿਸ਼ ਕਰੂਗੀ ਕਿ ਉਹਨਾਂ ਦਾ ਜਿਹੜਾ ਬਿੱਲ ਹੈਗਾ ਉਹਨੂੰ ਜਿਹੜਾ ਪਾਸ ਕਰਵਾ ਲਿਆ ਤਾਂ ਕਿ ਜਾਵੇ। ਔਰ ਮੈਨੂੰ ਉਮੀਦ ਆ ਕਿ ਪੂਰੀ ਅੱਜ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਹੈਗੀ ਆ ਉਹ ਜਿਹੜਾ ਹੈ ਓਪੋਜੀਸ਼ਨ ਹੋਣ ਦਾ ਜਿਹੜਾ ਉਹਨਾਂ ਦਾ ਰੁਖ ਹੈ ਉਹ ਸਾਨੂੰ ਦੇਖਣ ਨੂੰ ਮਿਲੇਗਾ। ਉਮੀਦ ਆ ਕਿ ਅੱਜ ਕਾਫੀ ਹੰਗਾਮਾ ਜਿਹੜਾ ਹੈ ਅੱਜ ਉੱਥੇ ਹੋਏਗਾ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ ਕਿ
ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਕੋਈ ਵੀ ਪਹਿਲਾ ਕਾਂਗਰਸ ਆਪਣਾ ਕੰਮ ਕਰਨ ਜਾ ਰਹੀ ਉਹਦੇ ਉੱਤੇ ਕਿੰਨਾ ਕੁ ਹੰਗਾਮਾ ਹੋਇਆ। ਹਾਲਾਂਕਿ ਦਿਖ ਇਹੀ ਰਿਹਾ ਕਿ ਲੋਕਾਂ ਦੇ ਉੱਪਰ ਜਿਹੜਾ ਕਾਂਗਰਸ ਹੈਗੀ ਹੈ ਉਹ ਬੋਝ ਘਟਾ ਨਹੀਂ ਰਹੀ, ਬੋਝ ਵੱਧ ਜਾਏਗਾ ਅਗਰ ਜਿਹੜੇ ਪਾਰਲੀਮੈਂਟ ਸਕੱਤਰ ਲਗਾ ਦਿੱਤੇ, ਅਗਰ ਉਹਨਾਂ ਨੂੰ ਪਾਰਲੀਮੈਂਟ ਸਕੱਤਰ ਲਗਾ ਕੇ ਸਹੂਲਤਾਂ ਵੀ ਪਾਰਲੀਮੈਂਟ ਸਕੱਤਰ ਵਾਲੀਆਂ ਦਿੱਤੀਆਂ ਗਈਆਂ, ਵਾਧੂ ਸਹੂਲਤਾਂ, ਵਾਧੂ ਉਹਨਾਂ ਨੂੰ ਖਰਚੇ ਦਿੱਤੇ ਗਏ, ਤਾਂ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਉੱਪਰ ਬੋਝ ਵਧੇਗਾ ਜੀ। ਚਲਦੇ ਸ਼ਬਦੀਪ ਜੀ, ਤੁਸੀਂ ਕੁਝ ਕਹਿਣਾ ਚਾਹੋ ਜੀ ਅੱਜ ਦੀ ਸਾਡੀ ਇਸ ਗੱਲਬਾਤ ਦੇ ਉੱਪਰ ਜੀ? ਕੁਲਵੀਰ ਜੀ, ਬਸ ਇੰਨੀ ਗੱਲ ਮੈਂ ਕਹਿਣੀ ਚਾਹਾਂਗਾ ਕਿ ਗੱਲ ਤਾਂ ਬਿਲਕੁਲ ਸਹੀ ਹੈਗੀ ਕਿ ਅੱਜ ਆਮ ਆਦਮੀ ਪਾਰਟੀ ਇਹਦਾ ਤਿੱਖਾ ਵਿਰੋਧ ਕਰ ਸਕਦੀ ਹੈ, ਪਰ ਆਮ ਆਦਮੀ ਪਾਰਟੀ ਜੇ ਸੱਚਮੁੱਚ ਤਿੱਖਾ ਵਿਰੋਧ ਕਰੇਗੀ ਤਾਂ ਆਮ ਆਦਮੀ ਪਾਰਟੀ ਨੂੰ ਇਸੇ ਤਰ੍ਹਾਂ ਦੀ ਸਮੱਸਿਆ ਦਾ ਦਿੱਲੀ ਵਿੱਚ ਜਿਹੜਾ ਸਾਹਮਣਾ ਕਰਨਾ ਪਿਆ ਵਾ ਉਹਦੇ ਲਈ ਵੀ ਇੱਕ ਜਵਾਬਦੇਹੀ ਦਾ ਸਾਹਮਣਾ ਕਰਨਾ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਕੱਲ੍ਹ ਹੀ ਲੋਕ ਇਹ ਸਵਾਲ ਪੁੱਛਣਾ ਸ਼ੁਰੂ ਕਰ ਦੇਣਗੇ। ਇਹ ਲਾਜ਼ਮੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਵੀ ਕਾਫੀ ਦੁਬਿਧਾ ਵਾਲੀ ਸਿਚੁਏਸ਼ਨ ਹੋਏਗੀ ਕਿ ਉਹ ਪੰਜਾਬ ਦੀ ਸੁਤੰਤਰ ਹੋਂਦ ਨੂੰ ਰੱਖਦੇ ਹੋਏ ਪੰਜਾਬ ਦੇ ਵਿੱਚ ਜੋ ਪੰਜਾਬ ਦਾ ਨੁਕਸਾਨ ਹੋਣ ਜਾ ਰਿਹਾ ਆਰਥਿਕ ਤੌਰ ਦੇ ਉੱਤੇ ਇਹਨਾਂ ਨਿਯੁਕਤੀਆਂ ਨਾਲ, ਉਹਨਾਂ ਉੱਤੇ ਕੇਂਦਰਿਤ ਰਹਿੰਦੀ ਹੈ ਕਿ ਦਿੱਲੀ ਨੂੰ ਧਿਆਨ ਦੇ ਵਿੱਚ ਰੱਖ ਕੇ, ਕੇਜਰੀਵਾਲ ਨੂੰ ਧਿਆਨ ਦੇ ਵਿੱਚ ਰੱਖ ਕੇ ਹੁਣ ਤੱਕ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਪ੍ਰੈਕਟਿਸ ਆ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਬਿਹੇਵ ਕਰਦੀ ਆ। ਇਹ ਗੱਲ ਵੀ ਅਸੀਂ ਸ਼ਾਇਦ ਅੱਜ ਸ਼ਾਮ ਤੱਕ ਕਲੀਅਰ ਰੂਪ ਦੇ ਵਿੱਚ ਵੇਖ ਸਕਾਂਗੇ। ਮੇਰਾ ਖਿਆਲ ਹੈ ਕਿ ਮੈਂ ਆਪਣੀ ਗੱਲ ਇਸ ਕਰਕੇ ਵੀ ਛੇਤੀ ਖਤਮ ਕਰਾਂ ਕਿਉਂਕਿ ਮੈਂ ਇਸ ਵੇਲੇ ਫੋਨ ਲਾਈਨ ਦੇ ਉੱਤੇ ਹਾਂ ਤੇ ਜਿਹੜੇ ਸਾਨੂੰ ਦੇਖ ਤੇ ਸੁਣ ਰਹੇ ਨੇ, ਮੈਂ ਚਾਹਾਂਗਾ ਕਿ ਪ੍ਰੋਗਰਾਮ ਇਨ ਟਾਈਮ ਉਧਰੋਂ ਹੀ ਖਤਮ ਹੋਵੇ ਜਿਹੜੇ ਸਕਰੀਨ ਦੇ ਉੱਤੇ ਸਾਥੀ ਨਜ਼ਰ ਆ ਰਹੇ ਜੀ। ਸ਼ਬਦੀਪ ਜੀ, ਵਿਰੋਧ ਤੇ ਫੂਲਕਾ ਸਾਹਿਬ ਵੱਲੋਂ ਤੇ ਖਹਿਰਾ ਸਾਹਿਬ ਵੱਲੋਂ ਦਰਜ ਵੀ ਕਰ ਦਿੱਤਾ ਗਿਆ ਸੀ। ਫੂਲਕਾ ਸਾਹਿਬ ਨੇ ਤਾਂ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ 18 ਦੀ ਪਰਮਿਸ਼ਨ ਆ, 14 ਇਹਨਾਂ ਦੇ ਹੋ ਗਏ ਆ, 4 ਹੀ ਰਹਿ ਗਏ ਇਹਨਾਂ ਦੇ ਕੋਲ, ਕੀ ਕਰਨਗੇ ਇਹ? ਕਿਉਂਕਿ ਔਰ ਫੂਲਕਾ ਸਾਹਿਬ ਨੇ, ਮੈਨੂੰ ਜਿੱਥੇ ਤੱਕ ਉਮੀਦ ਹੈ ਕਿ ਉਹ ਦਿੱਲੀ ਦੀ ਗੱਲ ਨੂੰ ਦਰਕਿਨਾਰ ਕਰਕੇ, ਦਿੱਲੀ ਨੂੰ ਵੱਖਰਾ ਰੱਖ ਕੇ ਉਹ ਪੰਜਾਬ ਦੇ ਅਕੋਰਡਿੰਗਲੀ ਗੱਲ ਕਰਨਗੇ। ਔਰ ਬਣਦਾ ਵੀ ਇਹੀ ਹੈ ਕਿ ਦਿੱਲੀ ਦੇ ਵਿੱਚ ਭਾਵੇਂ ਉਹਨਾਂ ਨੇ ਪਾਰਲੀਮੈਂਟ ਸਕੱਤਰ ਲਾਏ ਹੋਏ ਨੇ, ਪਰ ਪੰਜਾਬ ਦੇ ਵਿੱਚ ਅਗਰ ਪਾਰਲੀਮੈਂਟ ਸਕੱਤਰ ਲਾ ਕੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਤੇ ਆਮ ਆਦਮੀ ਪਾਰਟੀ ਨੂੰ ਆਵਾਜ਼ ਉਠਾਉਣੀ ਵੀ ਚਾਹੀਦੀ ਹੈ। ਔਰ ਵਾਕਿਆ ਹੀ ਜਿਹੜਾ ਉਹਨਾਂ ਦਾ ਅਸਲੀ ਜਿਹੜਾ ਰੋਲ ਹੈ ਉਹ ਅੱਜ ਸ਼ੁਰੂ ਹੋਵੇਗਾ ਔਰ ਉਹਨਾਂ ਨੂੰ ਮੁੱਦਿਆਂ ਦੇ ਉੱਪਰ, ਇਹੀ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਉਹਨਾਂ ਨੂੰ ਬੋਲਣਾ ਵੀ ਚਾਹੀਦਾ। ਜਿਹੜੇ ਮੁੱਦਿਆਂ ਤੇ ਉਹ ਪਹਿਲਾਂ ਬੋਲਦੇ ਨੇ ਸ਼ਾਇਦ ਉਹਨਾਂ ਨੂੰ ਅਸੀਂ ਉਹਨਾਂ ਵਜਨ ਨਾ ਦਈਏ, ਉਹਨਾਂ ਸੀਰੀਅਸਲੀ ਨਾ ਲਈਏ ਕਿਉਂਕਿ ਉਹ ਆਪਣੇ ਵਾਸਤੇ ਲੜਾਈ ਲੜ ਰਹੇ ਨੇ, ਪਰ ਉਹਨੂੰ ਥੋੜਾ ਵਧਾ ਚੜਾ ਕੇ ਦੱਸਣ ਦੀ ਕੋਸ਼ਿਸ਼ ਕਰਦੇ ਨੇ। ਪਰ ਇਹ ਵਾਕਿਆ ਹੀ ਉਹ ਮੁੱਦਾ ਹੈ, ਅਗਰ ਪਾਰਲੀਮੈਂਟ ਸਕੱਤਰ ਲਗਾਏ ਜਾਂਦੇ ਔਰ ਉਹਨਾਂ ਨੂੰ ਵਾਧੂ ਸਹੂਲਤਾਂ, ਵਾਧੂ ਤਨਖਾਹਾਂ, ਵਾਧੂ ਖਰਚਾ ਦਿੱਤਾ ਜਾਂਦਾ ਤੇ ਪੰਜਾਬ ਦੇ ਸਿਰ ਬਹੁਤ ਵੱਡਾ ਬੋਝ ਜਿਹੜਾ ਹੈ ਕਾਂਗਰਸ ਸਰਕਾਰ ਪਾਉਣ ਵਾਲੀ ਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਕੋਸ਼ਿਸ਼ ਪਸੰਦ ਆਈ ਹੋਵੇਗੀ। ਸੀਪੀ ਜੀ, ਸ਼ਬਦੀਪ ਜੀ, ਪਰਮਜੀਤ ਜੀ, ਭਗਤ ਦੀਆਂ ਖਬਰਾਂ ਵਿੱਚ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਕੁਲਵੀਰ ਥਿੰਦ ਵੱਲੋਂ ਬਹੁਤ-ਬਹੁਤ ਧੰਨਵਾਦ ਜੀ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।